ਜਵਾਰ। ਜੀਵਤ ਮਰੈ ਬੁਝੈ ਪ੍ਰਭ ਸੋਏ। ਸੋਹੀ ਰਾਗਨੀ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਪਾਵਨ ਸ਼ਬਦ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦਾ ਗਿਆਨ ਕਿਵੇਂ ਪ੍ਰਾਪਤ ਕੀਤਾ ਜਾਂਦਾ ਹੈ, ਸੱਚੇ ਸਤਿਗੁਰ ਇਹ ਦੱਸ ਰਹੇ ਨੇ। ਜੀਵਤ ਮਰੈ, ਜਿਉਂਦੇ ਰਹਿਣਾ ਹੈ ਪਰ ਰਹਿਣਾ ਮਰਿਆਂ ਦੀ ਤਰ੍ਹਾਂ। ਜੀਵਤ ਮਰੈ ਹੈਗੇ ਜਿਉਂਦੇ ਆ, ਤੇ ਰਹਿਣਾ ਕਿਵੇਂ ਹੈ? ਰਹਿਣਾ ਇਸ ਤਰ੍ਹਾਂ ਹੀ ਜਿਵੇਂ ਕੋਈ ਮਰਿਆ ਹੁੰਦਾ ਹੈ, ਮਰੇ ਦੀ ਤਰ੍ਹਾਂ ਰਹਿਣਾ ਹੈ। ਬੂਝੇ ਪ੍ਰਭ ਸੋਏ, ਉਸ ਪ੍ਰਭੂ ਪਰਮਾਤਮਾ ਨੂੰ ਫਿਰ ਉਹ ਸਮਝ ਸਕਦਾ ਹੈ। ਹੁਣ ਇਹ ਸਰੀਰ ਹੈ ਜਿਉਂਦਾ ਤੇ ਰਹਿਣਾ ਮਰਿਆ ਦੀ ਤਰ੍ਹਾਂ ਹੈ। ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝਣ ਦਾ ਯਤਨ ਕਰੀਏ, ਜੇ ਕਿਤੇ ਗੱਲ ਦੀ ਸਮਝ ਆ ਜਾਵੇ। ਜਿੰਦਾ ਮਨੁੱਖ ਜਿਹੜਾ, ਇਸ ਦੀਆਂ ਬਹੁਤ ਜ਼ਿਆਦੀਆਂ ਲੋੜਾਂ ਨੇ। ਕਿਤੇ ਇਹਨੂੰ ਵਸਤਰਾਂ ਦੀ ਲੋੜ ਏ, ਕਿਤੇ ਹੋਰ ਸਾਧਨਾਂ ਦੀ, ਸਵਾਰੀਆਂ ਦੀ ਲੋੜ ਏ, ਕਿਤੇ ਇਹਨੂੰ ਸੰਯੋਗ ਦੀ ਲੋੜ ਏ, ਆਪਣੇ ਪਰਿਵਾਰ ਦੀ, ਆਪਣੇ ਸੰਬੰਧੀਆਂ ਦੀ, ਆਪਣੇ ਰਿਸ਼ਤੇਦਾਰਾਂ ਦੀ ਆਦਿਕ। ਕਿਤੇ ਹੋਰ ਇਸ ਦੇ ਸਰੀਰ ਦੀਆਂ ਲੋੜਾਂ ਨੇ। ਇਹਨੂੰ ਖਾਣ ਪੀਣ ਨੂੰ ਚਾਹੀਦਾ ਜਿਸ ਦੇ ਨਾਲ ਇਹਨੂੰ ਐਨਰਜੀ ਮਿਲਦੀ ਰਹੇ। ਇਹ ਮਨੁੱਖ ਦਾ ਜਿਉਣਾ ਹੈ। ਜੇ ਮਨੁੱਖ ਜਿਉਣਾ ਚਾਹੁੰਦਾ ਤੇ ਉਹਨੂੰ ਇਹ ਲੋੜਾਂ ਨੇ ਜਿਹੜੀਆਂ ਇਹ ਪੂਰੀਆਂ ਕਰਨੀਆਂ ਪੈਣਗੀਆਂ। ਹੁਣ ਲੋੜਾਂ ਨੇ ਜਿਹੜੀਆਂ ਇਹ ਪੂਰੀਆਂ ਕਰਨੀਆਂ ਨੇ ਮਨੁੱਖ ਨੇ, ਪਰ ਮਨੁੱਖ ਕਈ ਵਾਰੀ ਆਪਣੀ ਲੋੜ ਨੂੰ ਪੂਰਾ ਕਰਨ ਦੇ ਲਈ ਗੁਨਾਹ ਕਰ ਬੈਠਦਾ ਹੈ। ਜੇ ਲੋੜ ਨੂੰ ਪੂਰਾ ਕਰਨ ਦੇ ਲਈ ਗੁਨਾਹ ਨਾ ਕਰੇ, ਲੋੜ ਪੂਰੀ ਹੋਵੇ ਭਾਵੇਂ ਨਾ ਹੋਵੇ, ਪਰ ਗੁਨਾਹ ਨਾ ਕਰੇ, ਫਿਰ ਉਹ ਜੀਵਤ ਮਰੇ ਹੈ। ਮੈਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਯਤਨ ਕਰਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਮਨੁੱਖ ਸਮਾਜ ਦੇ ਵਿੱਚ ਜਿਉਣਾ ਚਾਹੁੰਦਾ ਹੈ ਤੇ ਜਿਉਣ ਦੇ ਲਈ ਉਸ ਦੀਆਂ ਕਾਫੀ ਲੋੜਾਂ ਨੇ। ਉਹ ਲੋੜਾਂ ਉਹਨੇ ਪੂਰੀਆਂ ਕਰਨੀਆਂ ਨੇ। ਲੋੜਾਂ ਪੂਰੀਆਂ ਕਰਨ ਦੇ ਲਈ ਮਨੁੱਖ ਕਈ ਵਾਰੀ ਗਲਤ ਤਰੀਕਾ ਜਿਹੜਾ ਉਹ ਅਪਣਾ ਲੈਂਦਾ ਹੈ। ਜੇ ਉਹ ਗਲਤ ਤਰੀਕਾ ਨਹੀਂ ਅਪਣਾਉਂਦਾ ਆਪਣੀ ਲੋੜ ਨੂੰ ਪੂਰੀਆਂ ਕਰਨ ਦੇ ਲਈ, ਤੇ ਫਿਰ ਉਹ ਜੀਵਤ ਮਰੇ ਦੀ ਕਤਾਰ ਦੇ ਵਿੱਚ ਆਣ ਕੇ ਖੜਾ ਹੋ ਗਿਆ ਹੈ। ਲੋੜ ਪੂਰੀ ਹੋਈ ਹੈ ਜਾਂ ਨਹੀਂ ਹੋਈ, ਇਸ ਗੱਲ ਦੀ ਕੋਈ ਪਰਵਾਹ ਨਹੀਂ, ਪਰ ਗਲਤ ਤਰੀਕਾ ਜਿਹੜਾ ਉਹ ਨਹੀਂ ਅਪਣਾਉਣਾ। ਇਸ ਦਾ ਨਾਮ ਹੈ ਜੀਵਤ ਮਰੇ। ਮੇਰੇ ਖਿਆਲ ਗੱਲ ਦੀ ਸਮਝ ਆ ਗਈ ਹੋਣੀ ਹੈ। ਜਦੋਂ ਮਨੁੱਖ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਜਿਉਣ ਲੱਗ ਜਾਂਦਾ ਹੈ, ਆਪਣੀ ਲੋੜ ਦੀ ਪਰਵਾਹ ਨਾ ਕਰਦਾ ਹੋਇਆ, ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਦਾ ਜਿਹੜਾ ਮਾਰਗ ਹੈ ਉਸ ਦੀ ਪਰਵਾਹ ਕਰਦਾ ਹੋਇਆ ਕਿ ਕਿਤੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਲੋਂ ਮੇਰੀ ਵਿੱਥ ਨਾ ਪੈ ਜਾਵੇ, ਫਿਰ ਉਹ ਜੀਵਤ ਮਰੇ ਹੈ। ਤੇ ਜੇ ਇਸ ਤਰ੍ਹਾਂ ਖਿਆਲ ਹੋਗੇ ਮੇਰੀ ਲੋੜ ਪੂਰੀ ਹੋਣੀ ਚਾਹੀਦੀ ਹੈ, ਵੇਖੀ ਜਾਏਗੀ, ਰੱਬ ਨਾਲ ਬਣੇ ਭਾਵੇਂ ਨਾ ਬਣੇ, ਤੇ ਫਿਰ ਉਹ ਇਕੱਲਾ ਜੀਵਤ ਹੀ ਹੈ, ਮਰੇ ਨਹੀਂ ਹੈਗਾ ਨਾਲ। ਮਰੇ ਸ਼ਬਦ ਜਿਹੜਾ ਜੀਵਤ ਦੇ ਨਾਲ ਤਾਂ ਹੋਏਗਾ ਜੇ ਜਿਉਂਦਾ ਹੈ, ਤੇ ਜਿਉਂਦਾ ਹੈ ਉਹ ਉਸ ਪ੍ਰਭੂ ਪਰਮਾਤਮਾ ਦੇ ਮਾਰਗ ਤੇ ਤੁਰਦਾ ਹੋਇਆ ਆਪਣੀਆਂ ਲੋੜਾਂ ਦੇ ਲਈ, ਆਪਣੀ ਖੁਸ਼ੀ ਦੇ ਲਈ ਉਹ ਪ੍ਰਭੂ ਪਰਮਾਤਮਾ ਦਾ ਮਾਰਗ ਨਹੀਂ ਛੱਡਦਾ। ਵਾਹਿਗੁਰੂ ਦੇ ਮਾਰਗ ਦੇ ਲਈ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ, ਆਪਣੀਆਂ ਲੋੜਾਂ ਨੇ ਜਿਹੜੀਆਂ, ਉਹ ਨਿਸ਼ਾਵਰ ਕਰ ਦਿੰਦਾ ਹੈ। ਉਹਨਾਂ ਦੀ ਕੋਈ ਪਰਵਾਹ ਨਹੀਂ, ਪਰ ਉਸ ਪਰਮਾਤਮਾ ਸੱਚੇ ਸਤਿਗੁਰ ਦਾ, ਧੰਨ ਗੁਰੂ ਮਹਾਰਾਜ ਜੀ ਦੀ ਜੋ ਮਰਿਆਦਾ ਹੈ, ਜੋ ਗੁਰਬਾਣੀ ਸਾਨੂੰ ਗਿਆਨ ਦੇ ਰਹੀ ਹੈ, ਉਸ ਨੂੰ ਨਹੀਂ ਛੱਡਦਾ। ਇਹਨੂੰ ਆਖਿਆ ਜਾਂਦਾ ਜੀਵਤ ਮਰੇ ਬੁਝੇ ਪ੍ਰਭ ਸੋਈ। ਜਿਹੜਾ ਇਸ ਤਰ੍ਹਾਂ ਦਾ ਜੀਵਨ ਜਿਉ ਲੈਂਦਾ ਨਾ, ਉਹ ਉਸ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨੂੰ ਬੁੱਝ ਲੈਂਦਾ ਹੈ, ਉਹਨੂੰ ਸਮਝ ਆਉਂਦੀ ਹੈ ਜੀ। ਇਸ ਜਨ ਕਰਮ ਪ੍ਰਾਪਤ ਹੋਏ। ਇੱਥੇ ਕਰਮ ਦਾ ਅਰਥ ਬਖਸ਼ਿਸ਼ ਹੈ। ਇਹ ਕਰਮ ਜਿਹੜਾ
ਜਦੋਂ ਅਰਬੀ ਚ ਹੁੰਦਾ ਹੈ ਤੇ ਫਿਰ ਇਹਦਾ ਅਰਥ ਬਖਸ਼ਿਸ਼ ਬਣ ਜਾਂਦਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਤਿਸ ਜਨ ਉਸ ਗੁਰਸਿੱਖ ਨੂੰ ਫਿਰ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ। ਉਹ ਗੁਰਮੁਖ ਪਿਆਰਾ ਜਿਹੜਾ ਸੱਚੇ ਸਤਿਗੁਰ ਤੋਂ ਫਿਰ ਉਸ ਨੂੰ ਦਾਤਾਂ ਮਿਲਦੀਆਂ ਹਨ ਜੀ। ਸੁਣ ਸਾਜਨ ਇਉ ਤਰ ਤਰੀਆ। ਧੰਨ ਗੁਰੂ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਨੂੰ, ਆਪਣੇ ਸਤ ਸੰਗੀਆਂ ਨੂੰ ਸੱਜਣ ਆਖਿਆ। ਸੁਣ ਸਾਜਨ, ਹੇ ਗੁਰਮੁਖ ਪਿਆਰਿਓ, ਹੇ ਗੁਰਸਿੱਖੋ, ਸੁਣਨਾ ਕਰੋ, ਇਹੋ ਦੂਤਰ ਤਰੀਏ। ਇਹ ਸੰਸਾਰ ਇਹਨੂੰ ਦੂਤਰ ਆਖਿਆ। ਦੂਤਰ ਦਾ ਅਰਥ ਹੁੰਦਾ ਮੁਸ਼ਕਲ, ਬੜਾ ਕਠਿਨ। ਇਹ ਸੰਸਾਰ ਹੈ ਜਿਹੜਾ ਇਹ ਦੂਤਰ ਹੈ, ਇਹ ਬੜਾ ਕਠਿਨ ਹੈ ਤੇ ਇਹਨੂੰ ਇਸ ਤਰ੍ਹਾਂ ਤਰਿਆ ਜਾਂਦਾ। ਕਿਵੇਂ ਤਰਿਆ ਜਾਂਦਾ? ਜੀਵਤ ਮਰੈ, ਰਹਿਣਾ ਜਿਉਂਦੇ ਤੇ ਰਹਿਣਾ ਕਿਵੇਂ? ਮਰਿਆਂ ਦੀ ਤਰ੍ਹਾਂ। ਮਰਿਆਂ ਦੀ ਤਰ੍ਹਾਂ ਕਿਵੇਂ ਰਹਿਣਾ ਹੈ? ਆਪਣੀਆਂ ਲੋੜਾਂ ਦੀ ਪਰਵਾਹ ਨਹੀਂ ਕਰਨੀ, ਆਪਣੀਆਂ ਖੁਆਇਸ਼ਾਂ ਦੀ ਪਰਵਾਹ ਨਹੀਂ ਕਰਨੀ, ਆਪਣੀਆਂ ਖੁਸ਼ੀਆਂ ਦੀ ਪਰਵਾਹ ਨਹੀਂ ਕਰਨੀ। ਕੇਵਲ ਤੇ ਕੇਵਲ ਉਸ ਪ੍ਰਭੂ ਪਰਮਾਤਮਾ ਦੀ ਜਿਹੜੀ ਮਰਿਆਦਾ ਹੈ ਉਸ ਦੀ ਪਰਵਾਹ ਕਰਨੀ ਹੈ ਕਿ ਉਸ ਦੇ ਨਾਲੋਂ ਮੇਰੀ ਵਿੱਥੀ ਹੈ ਜਿਹੜੀ ਉਹ ਨਾ ਬਣੇ, ਉਸ ਦੇ ਨਾਲ ਮੈਂ ਜੁੜਿਆ ਰਵਾਂ। ਬਸ ਇਸ ਗੱਲ ਦੀ ਪਰਵਾਹ ਕਰਨੀ ਹੈ, ਬਾਕੀ ਹੋਰ ਕੋਈ ਪਰਵਾਹ ਨਹੀਂ ਕਰਨੀ। ਫਿਰ ਇਹ ਸੰਸਾਰ ਹੈ ਜਿਹੜਾ ਇਹਨੂੰ ਪਾਰ ਕੀਤਾ ਜਾ ਸਕਦਾ ਹੈ ਜੀ। ਮੇਲ ਸਾਧੂ ਹਰ ਨਾਮ ਉਚਰਿਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਬਾਣੀ ਹੈ ਇਹ ਸਾਧੂ ਸਰੂਪ ਹੈ। ਮਿਲ ਸਾਧੂ ਹਰ ਨਾਮ। ਗੁਰਬਾਣੀ ਨੂੰ ਅਸੀਂ ਪ੍ਰਾਪਤ ਕਰੀਏ, ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਦਾ ਗਿਆਨ ਲਈਏ ਤੇ ਸਤ ਸੰਗਤ ਦੇ ਵਿੱਚ ਆਣ ਕੇ, ਸਾਧੂ ਜਨਾਂ ਦੀ ਸੰਗਤ ਵਿੱਚ ਆਣ ਕੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ ਇਹਨੂੰ ਉਚਾਰਨਾ ਕਰੀਏ, ਭਾਵ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਕਰੀਏ ਜੀ। ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ, ਇੱਕ ਤੋਂ ਬਿਨਾ ਦੂਜਾ ਜਿਹੜਾ ਉਹ ਨਹੀਂ ਜਾਣਨਾ। ਇੱਕ ਕੌਣ ਹੈ? ਇੱਕ ਅਕਾਲ ਪੁਰਖ ਵਾਹਿਗੁਰੂ ਹੈ। ਕੇਵਲ ਤੇ ਕੇਵਲ ਇੱਕ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਜਾਣਨਾ ਨਹੀਂ। ਇਹਦਾ ਮਤਲਬ ਇਹ ਨਹੀਂ ਵੀ ਹੋਰ ਕਿਸੇ ਦੇ ਨਾਲ ਅਸੀਂ ਜਾਣ ਪਛਾਣ ਹੀ ਨਹੀਂ ਬਣਾਣੀ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਸਾਰੇ ਖੁਲਾਸੇ ਕੀਤੇ ਨੇ। ਗੁਰੂ ਮਹਾਰਾਜ ਜੀ ਗੁਰਬਾਣੀ ਦੇ ਅੰਦਰ ਸਾਨੂੰ ਬੇਤਾਦ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ ਕਿ ਕਿਤੇ ਵੀ ਸਾਨੂੰ ਟਪਲਾ ਨਾ ਲੱਗੇ, ਅਸੀਂ ਕਿਤੇ ਵੀ ਭੁਲੇਖੇ ਦੇ ਵਿੱਚ ਨਾ ਰਹੀਏ। ਗੁਰੂ ਮਹਾਰਾਜ ਜੀ ਨੇ ਜਦੋਂ ਦਸਮ ਗ੍ਰੰਥ ਦੀ ਬਾਣੀ ਲਿਖੀ ਤੇ ਉਹਦੇ ਵਿੱਚ ਯੁੱਧਨਾਮੇ ਜਿਹੜੇ ਲਿਖੇ ਨੇ ਪੁਰਾਤਨ, ਤੇ ਫਿਰ ਗੁਰੂ ਮਹਾਰਾਜ ਜੀ ਨੇ ਨਾਲ ਗੁਰਸਿੱਖਾਂ ਨੂੰ ਸੁਚੇਤ ਕਰਨ ਦੇ ਲਈ ਇਹ ਵੀ ਕਹਿ ਦਿੱਤਾ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ। ਇਹ ਜਿਹੜੀ ਦਸਮ ਕਥਾ ਹੈ, ਭਾਵ ਦਸਮ ਗ੍ਰੰਥ ਦੀ ਬਾਣੀ ਹੈ ਨਾ, ਇਹ ਹੈ ਦੇਵੀ ਦੀ। ਭਾਖਾ ਕਰੀ ਬਣਾਏ, ਤੇ ਇਹਨੂੰ ਪੰਜਾਬੀ ਦੇ ਵਿੱਚ ਸੰਸਕ੍ਰਿਤੀ ਤੋਂ ਉਲੱਥਾ ਕੀਤਾ ਗਿਆ। ਇਹਦਾ ਭਾਖਾ ਕਹਿੰਦੇ ਨੇ ਆਮ ਬੋਲੀ ਦੇ ਵਿੱਚ। ਇਹਨੂੰ ਮੂਲ ਬੋਲੀ ਤੋਂ, ਸੰਸਕ੍ਰਿਤੀ ਨੂੰ ਮੂਲ ਬੋਲੀ ਆਖਦੇ ਨੇ। ਜਿਵੇਂ ਅਸੀਂ ਅੰਗਰੇਜ਼ੀ ਤੋਂ ਟਰਾਂਸਲੇਟ ਕਰ ਦਿੰਦੇ ਹਾਂ ਪੰਜਾਬੀ ਦੇ ਵਿੱਚ, ਉਵੇਂ ਸੰਸਕ੍ਰਿਤੀ ਤੋਂ ਮੂਲ ਬੋਲੀ ਦੇ ਵਿੱਚੋਂ ਇਹਨੂੰ ਆਮ ਬੋਲੀ ਦੇ ਵਿੱਚ ਲਿਆਂਦਾ ਗਿਆ। ਤੇ ਫਿਰ ਕਰਨ ਦਾ ਕਾਰਨ ਕੀ ਹੈ? ਅਵਰ ਬਾਸਨਾ ਨਹਿ ਪ੍ਰਭ। ਹੇ ਮੇਰੇ ਪ੍ਰਭੂ ਪਰਮਾਤਮਾ, ਸਾਨੂੰ ਇਸ ਦੇਵੀ ਤੋਂ ਕੋਈ ਕਿਸੇ ਪ੍ਰਕਾਰ ਦੀ ਵਾਸ਼ਨਾ ਨਹੀਂ, ਇੱਛਾ ਨਹੀਂ। ਧਰਮ ਯੁੱਧ ਕੇ ਚਾਹੇ, ਉਹ ਇਸ ਵਾਸਤੇ ਕਿ ਜਿਹੜੇ ਸਿੰਘ ਨੇ ਉਹਨਾਂ ਦੇ ਅੰਦਰ ਜਿਹੜਾ ਧਰਮ ਯੁੱਧ ਕਰਨ ਦਾ ਹੈ ਨਾ, ਉਹ ਚਾਹ ਆ ਜਾਵੇ, ਉਹਨਾਂ ਦੇ ਅੰਦਰ ਇਹ ਸ਼ੌਂਕ ਪੈਦਾ ਹੋ ਜਾਵੇ ਵੀ ਜਿਹੜਾ ਧਰਮ ਯੁੱਧ ਇਹ ਕਰਨਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਵੀ ਸਾਨੂੰ ਇਹ ਦੱਸਦੇ ਨੇ, ਏਕ ਬਿਨਾ, ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਸ ਤੋਂ ਬਿਨਾ ਦੂਜਾ ਨਹੀਂ ਜਾਣੇ। ਦੂਜੇ ਨੂੰ ਜਾਣਨਾ ਨਹੀਂ ਹੈਗਾ, ਕਿਸੇ ਨੂੰ ਜਾਣਨਾ ਤੋਂ ਭਾਵ ਵੀ ਅਸੀਂ ਹੋਰ ਕਿਸੇ ਨੂੰ ਮੰਨਣਾ ਨਹੀਂ, ਹੋਰ ਕਿਸੇ ਦੀ ਪੂਜਾ ਨਹੀਂ ਕਰਨੀ, ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਪੂਜਾ ਕਰਨੀ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਰਕੇ ਮੰਨਣਾ ਹੈ। ਭਗਤ ਕਬੀਰ ਜੀ ਨੇ ਵੀ ਬਾਣੀ ਦੇ ਅੰਦਰ ਆਪਣੇ ਸ਼ਬਦਾਂ ਦੇ ਅੰਦਰ ਉਚਾਰਨ ਕੀਤਾ, ਮਨ ਸਮਝਾਵਣ ਕਾਰਨੇ, ਭਾਵ ਮਨ ਨੂੰ ਸਮਝ ਦੇਣ ਦੇ ਲਈ ਨਾ ਕਛੂਕ ਪੜ੍ਹੀਏ ਗਿਆਨ। ਸਾਨੂੰ ਥੋੜਾ ਬਹੁਤ ਗਿਆਨ ਹੈ ਜਿਹੜਾ ਉਹ ਪੜ੍ਹ ਲੈਣਾ ਚਾਹੀਦਾ ਹੈ।
ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਸੋ ਜੋ ਨਾ ਵਿਚਾਰੇ। ਗੁਰੂ ਮਹਾਰਾਜ ਜੀ ਨੇ ਵੀ ਆਖਿਆ ਵੀ ਇਹ ਝੂਠੇ ਨਹੀਂ ਹੈਗੇ। ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਕਿਸੇ ਦੀ ਨਿੰਦਿਆ ਨਹੀਂ ਕੀਤੀ ਗਈ ਗੁਰਬਾਣੀ ਦੇ ਅੰਦਰ। ਕੇਵਲ ਤੇ ਕੇਵਲ ਸਹੀ ਤਰੀਕਾ ਦੱਸਿਆ ਹੈ ਵੀ ਇਹਦਾ ਅਸਲੀ ਤੇ ਸਹੀ ਤਰੀਕਾ ਜਿਹੜਾ ਉਹ ਇਸ ਪ੍ਰਕਾਰ ਹੈ। ਸੋ ਜਿਹੜਾ ਗੁਰਸਿੱਖ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੈ, ਜਿਸ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੀ ਚਾਹਨਾ ਹੈ, ਏਕ ਬਿਨਾ ਫਿਰ ਉਹਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਦੂਜਾ ਨਹੀਂ ਜਾਣੇ, ਕਿਸੇ ਦੂਜੇ ਨੂੰ ਜਾਣਨਾ ਨਹੀਂ। ਹੁਣ ਇੱਥੇ ਇਹ ਨਹੀਂ ਸਮਝ ਲੈਣਾ ਵੀ ਅਸੀਂ ਇੱਕ ਦੂਜੇ ਦੇ ਨਾਲ ਬੋਲਣਾ ਹੀ ਨਹੀਂ। ਸੰਗਤ ਰੂਪਾ ਆਪਾਂ ਸਾਰੇ ਤੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਵਿਚਾਰ ਵਟਾਂਦਰੇ ਕਰਨੇ ਨੇ, ਗਿਆਨ ਗੋਸ਼ਟ ਕਰਨਾ ਹੈ, ਕਿਸੇ ਤੋਂ ਕੁਝ ਸਿੱਖਣਾ ਤੇ ਕਿਸੇ ਨੂੰ ਕੁਝ ਸਿਖਾਉਣਾ ਵੀ ਹੈ। ਜਿਹੜਾ ਆਪ ਦੇ ਪਾਸ ਗਿਆਨ ਹੈ ਉਹ ਦੂਜਿਆਂ ਨੂੰ ਦੇਣਾ ਤੇ ਜਿਹੜਾ ਦੂਜਿਆਂ ਤੋਂ ਉਹ ਗਿਆਨ ਲੈਣਾ ਹੈ। ਸਾਡੇ ਵੇਦਿਆ ਦਾਤੇ ਆਖਿਆ ਕਰਦੇ ਸਨ, ਜਿਵੇਂ ਇੱਕ ਕੰਜੂਸ ਹੁੰਦਾ ਹੈ ਨਾ, ਤੇ ਉਹ ਸਾਰੀ ਉਮਰ ਆਪਣਾ ਧਨ ਇਕੱਠਾ ਕਰ ਕਰਕੇ ਤੇ ਜਦੋਂ ਅੰਤਿਮ ਸਮਾਂ ਹੁੰਦਾ ਹੈ ਨਾ ਤੇ ਉਹ ਮਰ ਜਾਂਦਾ, ਉਹ ਦੌਲਤ ਨੂੰ ਛੱਡ ਕੇ ਤੇ ਉਹ ਇਕੱਠੀ ਕੀਤੀ ਹੋਈ ਦੌਲਤ ਦਾ ਹੀ ਉਸ ਨੂੰ ਸਰਾਪ ਲੱਗ ਜਾਂਦਾ ਹੈ, ਕਿਉਂਕਿ ਉਹਨੇ ਪਰਪਕਾਰ ਦੇ ਵਿੱਚ ਭਲੇ ਦੇ ਵਿੱਚ ਉਹਨੂੰ ਨਹੀਂ ਲਾਇਆ। ਉਸੇ ਤਰ੍ਹਾਂ ਜਿਹੜਾ ਇੱਕ ਵਿਦਵਾਨ ਹੈ ਉਹਦੇ ਪਾਸ ਜੇ ਗਿਆਨ ਹੈ ਤੇ ਉਹ ਦੁਨੀਆ ਦੇ ਵਿੱਚ ਉਸ ਗਿਆਨ ਨੂੰ ਨਹੀਂ ਵੰਡਦਾ, ਗਿਆਨ ਦਾ ਦਾਨ ਨਹੀਂ ਕਰਦਾ, ਤੇ ਫਿਰ ਉਹ ਵੀ ਉਹਦਾ ਇਕੱਠਾ ਕੀਤਾ ਹੋਇਆ ਗਿਆਨ ਹੈ ਜਿਹੜਾ ਉਹਦੇ ਲਈ ਦੁੱਖ ਦਾ ਕਾਰਨ ਬਣ ਜਾਂਦਾ, ਉਹਨੂੰ ਨਰਕ 'ਚ ਵੀ ਲੈ ਜਾਂਦਾ ਹੈ। ਸੋ ਸਾਡਾ ਸਾਰਿਆਂ ਦਾ ਕਰਮ ਬਣਦਾ, ਜੋ ਸਾਨੂੰ ਪਤਾ ਅਸੀਂ ਦੂਜਿਆਂ ਨੂੰ ਦੱਸੀਏ ਤੇ ਜੋ ਦੂਜਿਆਂ ਨੂੰ ਪਤਾ ਹੈ ਉਹਨਾਂ ਤੋਂ ਅਸੀਂ ਸੁਣਨ ਦੀ ਤੇ ਸਿੱਖਣ ਦੀ ਇੱਛਾ ਨਾ ਜਿਹੜੀ ਉਹ ਵੀ ਰੱਖੀਏ। ਏਕ ਬਿਨਾ ਦੂਜਾ ਨਹੀਂ ਜਾਣੇ, ਪਰ ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਨਾ ਜਿਹੜਾ ਸਿਰ ਝੁਕਾਉਣਾ ਹੈ, ਜਿਹੜਾ ਮੰਨਣਾ ਹੈ, ਜਿਹੜਾ ਨਾਮ ਜਪਣਾ ਹੈ, ਉਹ ਕਿਸੇ ਦੂਜੇ ਦਾ ਨਹੀਂ ਜਪਣਾ ਹੈ ਜੀ। ਘਾਟ ਘਾਟ ਅੰਤਰ ਪਾਰ ਬ੍ਰਹਮ ਪਛਾਨੈ। ਤੇ ਜਿੰਨੇ ਵੀ ਸਰੀਰ ਹੈਗੇ ਨੇ ਸਾਰਿਆਂ ਦੇ ਅੰਦਰ ਰੱਬ ਦਾ ਰੂਪ ਹੈ ਨਾ ਜਿਹੜਾ ਉਹਨੂੰ ਪਛਾਨਣਾ ਕਰੇ, ਭਾਵ ਮਨੁੱਖ ਕਰਕੇ ਨਾ ਜਾਣੇ, ਉਹਨਾਂ ਨੂੰ ਉਸ ਪ੍ਰਭੂ ਪਰਮਾਤਮਾ ਦੀ ਕਿਰਤ ਕਰਕੇ ਜਾਣੇ ਕਿ ਉਸ ਵਾਹਿਗੁਰੂ ਸੱਚੇ ਸਤਿਗੁਰ ਪਰਮਾਤਮਾ ਨੇ ਇਹ ਸਾਰਿਆਂ ਨੂੰ ਸਾਜਿਆ ਜਿਵੇਂ ਮੈਨੂੰ ਸਾਜਿਆ। ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਸਾਜਣ ਵਾਲਾ ਉਹ ਪਰਮਾਤਮਾ ਹੈ ਤੇ ਅਸੀਂ ਸਾਰੇ ਉਸ ਪਰਮਾਤਮਾ ਦੀ ਅੰਸ਼ ਹਾਂ। ਜਦੋਂ ਅਸੀਂ ਇਸ ਤਰ੍ਹਾਂ ਦੇ ਖਿਆਲ ਦੇ ਨਾਲ ਵਿਚਰਦੇ ਹਾਂ ਫਿਰ ਅਸੀਂ ਸਾਰੇ ਭਰਾ ਬਣ ਜਾਂਦੇ ਹਾਂ, ਕੋਈ ਵਿਤਕਰਾ ਨਹੀਂ ਰਹਿੰਦਾ ਸਾਡੇ ਵਿੱਚ, ਅਸੀਂ ਸਾਰੇ ਭੈਣ ਭਰਾਵਾਂ ਦੀ ਤਰ੍ਹਾਂ ਇੱਕ ਪਰਿਵਾਰ ਦੀ ਤਰ੍ਹਾਂ ਬਣ ਜਾਂਦੇ ਹਾਂ। ਹੁਣ ਸਾਨੂੰ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਘੱਟ ਘੱਟ ਅੰਤਰ ਪਾਰ ਬ੍ਰਹਮ ਪਛਾਣੇ, ਹਰ ਇੱਕ ਸਰੀਰ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਅੰਸ਼ ਹੈ ਭਾਈ। ਇਸ ਤਰ੍ਹਾਂ ਕਰਕੇ ਪਛਾਨਣਾ ਕਰੇ ਸਾਰਿਆਂ ਨੂੰ, ਜੋ ਕਿਛ ਕਰੈ ਸੋਈ ਫਲ ਮਾਨੈ। ਤੇ ਉਹ ਪਰਮਾਤਮਾ ਸੱਚੇ ਸਤਿਗੁਰ ਜੋ ਵੀ ਕਰ ਰਹੇ ਨਾ ਉਹਨੂੰ ਸਤ ਕਰਕੇ ਮੰਨਣਾ ਕਰੇ, ਉਹਨੂੰ ਭਲਾ ਕਰਕੇ ਮੰਨਣਾ ਕਰੇ। ਜਿਵੇਂ ਵੇਖੋ ਅੱਜ ਧੁੰਦ ਪੈ ਰਹੀ ਹੈ ਤੇ ਜੇ ਸਾਡੇ ਮਨ ਦੇ ਵਿੱਚ ਇਹ ਖਿਆਲ ਆ ਗਿਆ ਨਾ ਭਾਈ ਅੱਜ ਧੁੰਦ ਪੈਂਦੀ ਏ ਤੇ ਐਵੇਂ ਰੱਬ ਪਾਈ ਜਾਂਦਾ, ਕੀ ਲੋੜ ਸੀ ਇਹਦੀ, ਇਹ ਸਾਡੇ ਵਾਸਤੇ ਫਿਰ ਇੱਕ ਗਲਤ ਹੋ ਗਿਆ, ਗੁਨਾਹ ਹੋ ਗਿਆ। ਅਸੀਂ ਉਹਦੇ ਭਾਣੇ ਦੇ ਵਿੱਚ ਨਹੀਂ। ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਦਾ ਪ੍ਰਸ਼ਾਦਾ ਗੁਰਸਿੱਖ ਤਿਆਰ ਕਰਿਆ ਕਰਦਾ ਸੀ। ਧੰਨ ਗੁਰੂ ਅੰਗਦ ਦੇਵ ਜੀ ਵੀ ਦਲੀਆ ਛਕਿਆ ਕਰਦੇ ਸਨ, ਗੁਰੂ ਅਮਰਦਾਸ ਜੀ ਨੇ ਵੀ ਦਲੀਆ ਹੀ ਛਕਿਆ। ਗੁਰੂ ਅਮਰਦਾਸ ਜੀ ਦਾ ਦਲੀਆ ਸੀ ਜਿਹੜਾ ਇਹ ਭਾਈ ਬੱਲੂ ਜੀ ਤਿਆਰ ਕਰਿਆ ਕਰਦੇ ਸਨ, ਤੇ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਦਾ ਦਲੀਆ ਤਿਆਰ ਕਰਨ ਵਾਲਾ ਗੁਰਸਿੱਖ ਸੀ। ਇੱਕ ਦਿਨ ਮੌਸਮ ਇਸ ਤਰ੍ਹਾਂ ਦਾ ਬਣ ਗਿਆ ਸੀ, ਵੇਖਦੇ ਹਾਂ ਆਕਾਸ਼ ਦੇ ਵਿੱਚ ਮਿੱਟੀ ਘੱਟਾ ਚੜ ਜਾਂਦਾ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ। ਇਸ ਤਰ੍ਹਾਂ ਹਨੇਰ ਜਿਹਾ ਹੋ ਗਿਆ, ਆਕਾਸ਼ ਦੇ ਵਿੱਚ ਮਿੱਟੀ ਘੱਟਾ ਜਿਹਾ ਚੜਿਆ ਹੋਇਆ ਤੇ ਕਦੇ ਬੁੱਲਾ ਮਿੱਟੀ ਦਾ ਲੈ ਕੇ ਹਵਾ ਇੱਧਰੋਂ ਆ ਜਾਂਦੀ, ਕਦੇ ਇੱਧਰੋਂ ਆ ਜਾਂਦੀ ਏ। ਤੇ ਗੁਰਮੁਖ ਪਿਆਰਾ ਹੁਣ ਇੰਤਜ਼ਾਰ ਕਰ ਰਹੀ ਹੈ ਵੀ ਗੁਰੂ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ ਹੈ, ਤੇ ਜੇ ਕਿਤੇ ਇਹ ਥੋੜੀ ਜਿਹੀ ਠਹਿਰ ਜਾਵੇ ਤੇ ਫਿਰ ਭਾਈ ਪ੍ਰਸ਼ਾਦਾ ਤਿਆਰ ਕਰ ਲਈਏ। ਜਦੋਂ ਵੇਖਿਆ ਵੀ ਦੁਪਹਿਰਾ ਵੀ ਢਲ ਚੱਲਿਆ ਤੇ ਧੰਨ ਗੁਰੂ ਅੰਗਦ ਦੇਵ ਜੀ ਦੇ ਪਾਸ ਆਣ ਕੇ ਫਿਰ ਬੇਨਤੀ ਕੀਤੀ ਹੈ, ਸੱਚੇ ਸਤਿਗੁਰ ਜੀ ਇਹਨੂੰ ਰੋਕੋ, ਮੈਂ ਤੁਹਾਡੇ ਲਈ ਪ੍ਰਸ਼ਾਦਾ ਤਿਆਰ ਕਰਾਂ, ਤੁਹਾਡੇ ਲਈ ਦਲੀਆ ਖਿਚੜੀ ਜੋ ਵੀ ਹੈ ਮੈਂ ਤਿਆਰ ਕਰਨੀ ਕਰਾਂ। ਤੇ ਗੁਰੂ ਜੀ ਨੇ ਕਿਹਾ ਨਹੀਂ, ਇਸ ਤਰ੍ਹਾਂ ਨਹੀਂ ਕਰਨਾ ਹੈਗਾ, ਇਹ ਉਸ ਪ੍ਰਭੂ ਪਰਮਾਤਮਾ ਦਾ ਭਾਣਾ ਹੈ, ਜੋ ਕਰਦਾ ਇਹਨੂੰ ਸਤ ਕਰਕੇ ਮੰਨਣਾ ਹੈ। ਤੇ ਫਿਰ ਗੁਰੂ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਨੇ ਦੱਸਿਆ ਇੱਕ ਧਰਤੀ ਏ,
ਉਹਨੂੰ ਤਾਂਬੇ ਦੀ ਧਰਤੀ ਕਰਕੇ ਜਾਣਿਆ ਜਾਂਦਾ ਹੈ। ਉੱਥੇ ਦਾ ਰੰਗ ਹੈ ਜਿਹੜਾ ਉਹ ਤਾਂਬੇ ਵਰਗਾ, ਉੱਥੋਂ ਦੀ ਧਰਤੀ ਦਾ, ਪਥਰੀਲੀ ਧਰਤੀ ਹੈ ਤੇ ਤਾਂਬੇ ਦੇ ਰੰਗ ਵਰਗੇ ਪੱਥਰ ਨੇ ਉੱਥੇ। ਉੱਥੇ ਕੇਵਲ ਤੇ ਕੇਵਲ ਸੱਪਾਂ ਦਾ ਹੀ ਵਾਸਾ ਹੈ। ਉਹਨੂੰ ਨਾਗਾਂ ਦੀ ਧਰਤੀ ਦੇ ਨਾਲ ਵੀ ਜਾਣਿਆ ਜਾਂਦਾ ਹੈ। ਤੇ ਇਹ ਜਿਹੜਾ ਆਕਾਸ਼ ਦੇ ਵਿੱਚ ਮਿੱਟੀ ਘੱਟਾ ਚੜਿਆ ਨਾ ਗੁਰਮੁਖ ਪਿਆਰਿਆ, ਇਹ ਸਾਰਾ ਉੱਥੇ ਜਾ ਕੇ ਡਿੱਗ ਪੈਂਦਾ ਤੇ ਉਹਨਾਂ ਦੇ ਕੋਲ ਹੋਰ ਕੁਝ ਵੀ ਨਹੀਂ ਖਾਣ ਨੂੰ। ਸੱਪ ਫਿਰ ਆਪਣੇ ਕੁੰਡਲਾਂ ਦੇ ਵਿੱਚ ਢੇਰੀਆਂ ਜੀਆਂ ਬਣਾ ਕੇ ਆਪੋ ਆਪਣਾ ਜਿਹੜਾ ਹਿੱਸਾ ਹੈ ਉਹ ਸੰਭਾਲ ਕੇ ਰੱਖ ਲੈਂਦੇ ਨੇ ਤੇ ਸਾਲ ਪਰ ਉਹਨੂੰ ਖਾਂਦੇ ਨੇ। ਤੇ ਜੇ ਆਪਾਂ ਰੋਕ ਦਿੱਤਾ ਤੇ ਫਿਰ ਵੇਖ ਆਪਾਂ ਕਿੰਨਿਆਂ ਦੀ ਰੋਜੀ ਰੋਟੀ ਜਿਹੜੀ ਹੈ ਨਾ ਉਹਨੂੰ ਰੋਕ ਗਈ। ਤੇ ਦੂਸਰਾ ਪ੍ਰਮਾਣ ਗੁਰੂ ਅੰਗਦ ਦੇਵ ਜੀ ਨੇ ਇਹ ਦਿੱਤਾ, ਉਦੋਂ ਜਹਾਜ਼ ਸਨ ਜਿਹੜੇ ਸਮੁੰਦਰ ਦੇ ਵਿੱਚ ਉਹ ਹਵਾ ਦੇ ਰੁੱਖ ਦੇ ਨਾਲ ਚੱਲਿਆ ਕਰਦੇ ਸਨ। ਹਵਾ ਜਿਹੜੀ ਉਹ ਇਹਨਾਂ ਨੂੰ ਅੱਗੇ ਪਾਣੀ ਦੇ ਵਿੱਚ ਤੇਰ ਕੇ ਲਿਜਾਇਆ ਕਰਦੀ ਸੀ। ਇੱਕ ਵੱਡੀ ਸਾਰੀ ਚਾਦਰ ਸੀ ਜਿਹੜੀ ਉਹਨੂੰ ਖਿਲਾਰ ਦਿੱਤਾ ਜਾਂਦਾ ਸੀ। ਪੁਰਾਣੇ ਜਹਾਜ਼ ਆਪ ਜੀ ਨੇ ਕਿਤੇ ਫੋਟੋ 'ਚ ਵੇਖੇ ਹੋਣਗੇ। ਉਹ ਚਾਦਰ ਜਿਹੜੀ ਜਦੋਂ ਹਵਾ ਜ਼ੋਰ ਦੇ ਨਾਲ ਚੱਲ ਕੇ ਉਹਨੂੰ ਵੱਜਦੀ ਤੇ ਉਹ ਫਿਰ ਬੇੜੀ ਜਿਹੜਾ ਜਹਾਜ਼ ਹੁੰਦਾ ਪਾਣੀ ਦੇ ਉੱਤੇ ਅੱਗੇ ਤਰਿਆ ਜਾਂਦਾ। ਤੇ ਫਿਰ ਗੁਰੂ ਜੀ ਨੇ ਕਿਹਾ ਵੀ ਵੇਖ ਕਿੰਨੇ ਜਹਾਜ਼ ਨੇ, ਉਹ ਫਿਰ ਸਮੁੰਦਰ ਦੇ ਵਿੱਚ ਹੀ ਰੁਕ ਜਾਣਗੇ। ਜੇ ਹਵਾ ਰੋਕ ਦਿੱਤੀ ਤਾਂ ਕੰਢੇ ਤੇ ਕਿਵੇਂ ਲੱਗਣਗੇ। ਸੋ ਇਸ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਇੱਥੇ ਦੱਸਦੇ ਨੇ, ਜੋ ਕੁਛ ਕਰੇ ਉਹ ਪ੍ਰਭੂ ਪਰਮਾਤਮਾ ਦੀ ਮੌਜ। ਜੋ ਵੀ ਕਰ ਰਹੇ ਨਾ ਉਹਦੇ ਵਿੱਚ ਕੋਈ ਨਾ ਕੋਈ ਭਲਾਈ ਹੈ, ਕਿਸੇ ਨਾ ਕਿਸੇ ਦਾ ਉਹਦੇ ਵਿੱਚ ਭਲਾ ਜ਼ਰੂਰ ਹੈ। ਹੁਣ ਵੇਖੋ ਜੇ ਮੀਂਹ ਪੈ ਜਾਵੇ ਤੇ ਮੀਂਹ ਦੇ ਵਿੱਚ ਕਈ ਇਸ ਤਰ੍ਹਾਂ ਦੇ ਹੁੰਦੇ ਨੇ, ਉਹਨਾਂ ਨੇ ਪਾਣੀ ਲਾਇਆ ਹੁੰਦਾ, ਉਹਨਾਂ ਨੂੰ ਲੋੜ ਨਹੀਂ ਹੁੰਦੀ। ਉਹ ਕਹਿ ਦਿੰਦੇ ਨੇ ਲੈ ਕੱਲ ਪਾਣੀ ਲਾਇਆ ਸੀ ਤੇ ਅੱਜ ਮੀਂਹ ਪੈ ਗਿਆ, ਖੇਤ ਦੇ ਵਿੱਚ ਪਾਣੀ ਜ਼ਿਆਦਾ ਹੋ ਗਿਆ। ਉਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨੇ ਜਿਨ੍ਹਾਂ ਦੇ ਕੋਲ ਹੁਣ ਸਾਧਨ ਨਹੀਂ ਹੈਗੇ ਉਹਨਾਂ ਨੂੰ ਵੀ ਭਾਈ ਫਿਰ ਕੁਝ ਨਾ ਕੁਝ ਦੇਣਾ ਹੈ। ਜਿਹੜੀ ਚੀਜ਼ ਦੀ ਲੋੜ ਹੈ ਨਾ ਉਹ ਵਾਹਿਗੁਰੂ ਸੱਚੇ ਸਤਿਗੁਰ ਉਹ ਫਿਰ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਦਿੰਦੇ ਨੇ। ਜਦੋਂ ਅਸੀਂ ਨੁਕਤਾ ਚੀਨੀ ਕਰਦੇ ਹਾਂ, ਕਿੰਤੂ ਪਰੰਤੂ ਕਰਦੇ ਹਾਂ, ਤੇ ਫਿਰ ਅਸੀਂ ਮਨਮੁਖਾਂ ਦੀ ਗਿਣਤੀ 'ਚ ਆ ਜਾਂਦੇ ਹਾਂ, ਗੁਰਮੁਖ ਨਹੀਂ ਰਹਿੰਦੇ। ਜੋ ਕੁਛ ਕਰੇ ਸੋਈ ਭਲ ਮਾਨੇ। ਉਹ ਪ੍ਰਭੂ ਪਰਮਾਤਮਾ ਜੋ ਵੀ ਕਰਦਾ ਉਹਨੂੰ ਸਤ ਕਰਕੇ ਮੰਨਣਾ ਕਰੇ ਜੀ। ਆਦ ਅੰਤ ਕੀ ਕੀਮਤ ਜਾਣੈ। ਤੇ ਉਹ ਪ੍ਰਭੂ ਪਰਮਾਤਮਾ ਸੱਚੇ ਸਤਿਗੁਰ ਨਾਲ ਆਦ ਸ਼ੁਰੂ ਤੋਂ ਲੈ ਕੇ ਤੇ ਅੰਤ ਇਹ ਸਾਡਾ ਜੀਵਨ ਹੈ। ਆਦ ਸਾਡੇ ਜਨਮ ਤੋਂ ਤੇ ਅੰਤ ਜਦੋਂ ਅਸੀਂ ਮਰਨ, ਇਤਨਾ ਜਿਹੜਾ ਸਾਡਾ ਜੀਵਨ ਹੈ ਨਾ ਇਹਦੇ ਵਿੱਚ ਜਿਹੜੇ ਸਾਡੇ ਸੁਆਸ ਨੇ ਨਾ ਇਹਨਾਂ ਨੂੰ ਕੀਮਤੀ ਕਰਕੇ ਜਾਣਨਾ ਕਰੇ, ਐਵੇਂ ਨਾ ਗਵਾ ਦੇਵੇ। ਇਹ ਸੁਆਸ ਨੇ ਜਿਹੜੇ ਇਹਨਾਂ ਨੂੰ ਕੀਮਤੀ ਕਰਕੇ ਜਾਣੇ। ਜਿਵੇਂ ਨਾ ਇੱਕ ਵਾਰੀ ਇੱਕ ਰਾਜਾ ਸੀ ਤੇ ਉਹ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ। ਜਦੋਂ ਸ਼ਿਕਾਰ ਖੇਡਣ ਵਾਸਤੇ ਗਿਆ, ਸ਼ਿਕਾਰ ਦੇ ਮਗਰ ਜਾਂਦਾ ਜਾਂਦਾ ਕਿਤੇ ਦੂਰ ਅੱਗੇ ਨਿਕਲ ਗਿਆ। ਅੱਗੇ ਜਦੋਂ ਨਿਕਲ ਗਿਆ ਦੁਪਹਿਰਾ ਲੱਗਿਆ ਸੀ ਤੇ ਕੋਈ ਨਾਲ ਵੀ ਨਹੀਂ, ਕਿਸੇ ਪਾਸੇ ਪਾਣੀ ਦਾ ਵੀ ਕੋਈ ਇੰਤਜ਼ਾਮ ਨਹੀਂ ਹੈਗਾ। ਹੁਣ ਜੰਗਲ ਦੇ ਵਿੱਚ ਇੱਕ ਲੱਕੜਹਾਰਾ ਸੀ, ਉਧਰ ਨੂੰ ਹੋ ਰਿਹਾ। ਲੱਕੜਹਾਰੇ ਨੂੰ ਕਹਿਣ ਲੱਗਾ ਭਾਈ ਤੂੰ ਮੈਨੂੰ ਜੇ ਜਲ ਹੈਗਾ ਪਾਣੀ ਹੈਗਾ ਤੇ ਮੈਨੂੰ ਛਕਾਣਾ ਕਰ। ਉਹਨੇ ਛਕਾ ਦਿੱਤਾ। ਰਾਜਾ ਜਿਹੜਾ ਸੀ ਇਹਦੀ ਜਾਨ ਬਚ ਗਈ, ਬੜਾ ਖੁਸ਼ ਹੋ ਗਿਆ। ਰਾਜੇ ਨੇ ਇਹਨੂੰ ਇੱਕ ਗਿੱਦੜ ਚਿੱਠੀ ਜੀ ਕਰਕੇ ਦੇ ਦਿੱਤੀ ਵੀ ਜਦੋਂ ਤੈਨੂੰ ਲੋੜ ਹੋਈ ਨਾ ਆ ਚਿੱਠੀ ਲੈ ਕੇ ਤੂੰ ਮੇਰੇ ਦਰਬਾਰ 'ਚ ਆ ਜੀ ਤੇ ਮੈਂ ਤੇਰੀ ਲੋੜ ਪੂਰੀ ਕਰ ਦਿਆਂਗਾ। ਇਹਨੇ ਉਹ ਰੱਖ ਲਈ ਕੋਲ। ਹੌਲੀ ਹੌਲੀ ਜਿਹੜਾ ਇਹ ਲੱਕੜਹਾਰਾ ਸੀ ਸਰੀਰ ਵੱਡਾ ਹੋ ਗਿਆ। ਪਹਿਲੂ ਭਾਈ ਜਵਾਨ ਸੀ, ਲੱਕੜਾਂ ਵੱਢ ਲਿਆਉਂਦਾ ਸੀ, ਕੋਲੇ ਬਣਾ ਕੇ ਵੇਚ ਦਿੰਦਾ ਸੀ। ਹੁਣ ਸਰੀਰ ਵੱਡਾ ਹੋ ਗਿਆ। ਜਦੋਂ ਸਰੀਰ ਵੱਡਾ ਹੋ ਗਿਆ ਤੇ ਇਹਨੇ ਆਖਿਆ ਚਲੋ ਰਾਜੇ ਤੋਂ ਲੋੜ ਪੂਰੀ ਕਰਦੇ ਆ। ਰਾਜੇ ਦੇ ਪਾਸ ਗਿਆ। ਅੱਗੇ ਮੰਤਰੀ ਨੂੰ ਉਹ ਗਿੱਦੜ ਚਿੱਠੀ ਜੀ ਵਿਖਾ ਦਿੱਤੀ। ਉਹ ਰਾਜੇ ਦੇ ਪਾਸ ਲੈ ਗਏ। ਰਾਜੇ ਨੂੰ ਯਾਦ ਆ ਗਿਆ ਵੀ ਹਾਂ ਇਹਨੇ ਮੈਨੂੰ ਜਲ ਛਕਾਇਆ ਸੀ। ਤੇ ਰਾਜੇ ਨੇ ਨਾ ਇੱਕ ਛੋਟਾ ਜਿਹਾ ਏਰੀਆ ਸੀ ਚੰਦਨ ਦਾ ਬਾਗ, ਉਹ ਚੰਦਨ ਦਾ ਜਿਹੜਾ ਖੇਤ ਸੀ ਉਹ ਇਹਨੂੰ ਲੱਕੜਹਾਰੇ ਨੂੰ ਦੇ ਦਿੱਤਾ ਹੈ। ਹੁਣ ਜਦੋਂ ਲੱਕੜਹਾਰੇ ਨੂੰ ਇਹ ਚੰਦਨ ਦਾ ਖੇਤ ਮਿਲ ਗਿਆ ਤੇ ਇਹਨੇ ਭਾਈ ਆਪਣੇ ਸੁਭਾਅ ਦੇ ਅਨੁਸਾਰ ਹੁਣ ਚੰਦਨ ਨੂੰ ਜਦੋਂ ਵੱਢਿਆ, ਕੋਲੇ ਬਣਾਏ ਨੇ ਤੇ ਵੇਚਦਾ ਰਿਹਾ। ਇਹਨੇ ਤਾਂ ਥੋੜੇ ਦਿਨਾਂ ਦੇ ਵਿੱਚ ਹੀ ਇਹ ਚੰਦਨ ਦਾ ਜਿਹੜਾ ਏਰੀਆ ਸੀ, ਬਾਗ ਸੀ, ਜਿੰਨਾ ਕੋ ਸਾਰਾ ਦਫਨ ਨਖਨ ਕਰਤਾ। ਦੁਬਾਰਾ ਫਿਰ ਆ ਗਿਆ ਰਾਜੇ ਦੇ ਕੋਲੇ। ਰਾਜਾ ਬੜਾ ਹੈਰਾਨ ਹੋਇਆ ਵੀ ਇਹ ਤਾਂ ਇਹਦੀਆਂ 7 ਪੀੜ੍ਹੀਆਂ 'ਚ ਨਹੀਂ ਸੀ ਮੁੱਕਣਾ ਤੇ ਇੰਨੀ ਛੇਤੀ ਮੁਕਾ ਕੇ ਆ ਗਿਆ। ਬੰਦਾ ਕਮਾਲ ਦਾ। ਪੁੱਛਿਆ ਤੂੰ ਕੀ ਕੀਤਾ ਇੰਨਾ ਖਰਚਾ? ਕਹਿੰਦਾ ਜੀ ਖਰਚਾ ਤੇ ਮੇਰਾ ਰੋਜ਼ ਦਾ ਪੂਰਾ ਹੀ ਨਹੀਂ ਸੀ ਹੁੰਦਾ। ਕਹਿੰਦਾ ਕੀ ਕਰਦਾ ਸੀ, ਕਿੱਥੇ ਵੇਚਦਾ ਸੀ? ਕਹਿੰਦਾ ਮੈਂ ਪਹਿਲੋਂ ਵੱਢਦਾ ਸਾਂ, ਫਿਰ ਸਾੜ ਲੈਂਦਾ ਹਾਂ, ਪੁਲੇ ਬਣਾ ਕੇ ਵੇਚਦਾ ਸਾਂ। ਰਾਜੇ ਨੇ ਮੱਥੇ 'ਚ ਹੱਥ ਮਾਰਿਆ ਵੀ ਇਹਨੂੰ ਅਕਲ ਨਹੀਂ ਆਈ।
ਰਾਜੇ ਨੇ ਆਖਿਆ ਉਸ ਬਾਗ ਦੇ ਵਿੱਚੋਂ ਕੋਈ ਲੱਕੜ ਹੈ ਤੇਰੇ ਕੋਲੇ? ਕਹਿੰਦਾ ਹੋਰ ਤਾਂ ਕੁਝ ਨਹੀਂ, ਆ ਜਿਹੜਾ ਕੁਹਾੜਾ ਹੈ ਨਾ ਇਹਦਾ ਦਸਤਾ ਹੀ ਏ। ਨਾਲ ਇੱਕ ਪ੍ਰਾਣੀ ਭੇਜਿਆ ਵੀ ਇਹਨੂੰ ਨਾ ਆ ਦਸਤਾ ਵੇਚ ਕੇ ਤੇ ਪੈਸੇ ਦਵਾ ਕੇ ਲਿਆ। ਹੁਣ ਬਾਜ਼ਾਰ ਦੇ ਵਿੱਚ ਜਾ ਕੇ ਜਦੋਂ ਇਹ ਦਸਤਾ ਵੇਚਿਆ ਤੇ ਜਿੰਨੇ ਦੇ ਉਹਨੇ ਕੋਲੇ ਬਣਾ ਕੇ ਵੇਚੇ ਸਨ ਉਹਦੀ ਪੈਸੇ ਮਿਲ ਗਏ ਨੇ। ਇਹ ਲੱਕੜ ਵਾਲਾ ਬੜਾ ਹੈਰਾਨ ਹੋਇਆ ਵੀ ਇਤਨਾ ਅਮੋਲਕ ਇਹ ਬਾਗ ਜਿਹੜਾ ਰਾਜੇ ਨੇ ਮੈਨੂੰ ਦਿੱਤਾ ਸੀ ਤੇ ਮੈਂ ਕੋਲੇ ਬਣਾ ਬਣਾ ਕੇ ਸਾਰਾ ਦੇ ਸਾਰਾ ਜਿਹੜਾ ਇਹ ਭਾਈ ਨਾਸ ਕਰ ਦਿੱਤਾ। ਉਸੇ ਤਰ੍ਹਾਂ ਸਾਡਾ ਸਰੀਰ ਹੈ ਜਿਹੜਾ, ਇਹਦੇ ਵਿੱਚ ਜਿਹੜੇ ਸੁਆਸ ਚੱਲਦੇ ਨੇ ਚੰਦਨ ਦਾ ਬਾਗ ਹੈ। ਤੇ ਅਸੀਂ ਜੇ ਤਾਂ ਵਾਹਿਗੁਰੂ ਆਖਦੇ ਹਾਂ ਫਿਰ ਤਾਂ ਭਾਈ ਇਹ ਚੰਦਨ ਹੈ ਜਿਹੜਾ ਇਹਦਾ ਅਸੀਂ ਮੁੱਲ ਲੈ ਲਿਆ ਹੈ। ਤੇ ਜੇ ਸਵਾਸ ਦੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਜਾਂ ਸਾਡੇ ਅੰਦਰ ਕੋਈ ਬੁਰਾਈ ਚੱਲਦੀ ਤੇ ਫਿਰ ਇਹਦੇ ਅਸੀਂ ਕੋਲੇ ਬਣਾ ਦਿੱਤੇ ਨੇ, ਫਿਰ ਕੁਝ ਨਹੀਂ ਵਟਿਆ ਗਿਆ। ਸੋ ਇਸ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਆਦ ਅੰਤ ਭਾਈ ਜਨਮ ਤੋਂ ਲੈ ਕੇ ਮਰਨ ਤੱਕ ਕੀ ਕੀਮਤ ਜਾਣੇ ਗੁਰਮੁਖ ਪਿਆਰਿਆ। ਇਹ ਸਵਾਸ ਨੇ ਤੇਰੇ ਜਿਹੜੇ, ਇਹਨਾਂ ਦੀ ਕੀਮਤ ਨੂੰ ਜਾਣਨਾ ਕਰ, ਇਹ ਬੜੇ ਅਮੋਲਕ ਹਨ ਜੀ। ਕਹੋ ਨਾਨਕ ਤਿਸ ਜਨ ਬਲਿਹਾਰੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜਾ ਇਹਨਾਂ ਦੀ ਕੀਮਤ ਜਾਣ ਜਾਂਦਾ ਹੈ ਨਾ, ਅਸੀਂ ਉਹਦੇ ਤੋਂ ਵਾਰਨੇ ਬਲਿਹਾਰ ਜਾਂਦੇ ਹਾਂ ਜੀ। ਜਾ ਕੈ ਹਿਰਦੈ ਕਸਹਿ ਮੁਰਾਰੀ। ਜਿਸ ਨੇ ਇਹਨਾਂ ਸਵਾਸਾਂ ਦੀ ਕੀਮਤ ਜਾਣ ਕੇ ਆਪਣੇ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਕਰ ਲਿਆ ਹੈ ਜੀ। ਸੋਹੀ ਮਹੱਲਾ ਪੰਜਵਾ। ਗੁਰ ਪਰਮੇਸ਼ਰ ਕਰਨੈ ਹਾਰ। ਧੰਨ ਗੁਰੂ ਅਰਜਨ ਦੇਵ ਜੀ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕਿਰਪਾ ਕਰਦੇ ਨੇ। ਗੁਰ ਪਰਮੇਸ਼ਰ, ਦਾਸ ਬੇਨਤੀ ਕਰਦਾ ਹੁੰਦਾ ਪਰਮੇਸ਼ਰ ਗੁਰੂ ਤੇ ਨਾਮ ਇਹਨਾਂ ਦੇ ਵਿੱਚ ਫਰਕ ਨਹੀਂ ਹੈਗਾ। ਜਿਵੇਂ ਕਣਕ ਦਾ ਆਟਾ ਬਣ ਗਿਆ, ਆਟੇ ਤੋਂ ਫਿਰ ਰੋਟੀ ਬਣ ਗਈ ਏ, ਤੱਤ ਉਹੀ ਨੇ ਦੇ ਵਿੱਚ ਸਾਰੇ। ਕਣਕ ਨੂੰ ਖਾ ਲਈਏ, ਭੁੰਨ ਕੇ ਖਾ ਲਈਏ, ਆਟਾ ਜਿਹੜਾ ਹੁੰਦਾ ਕੁਝ ਹੋਰ ਬਣਾ ਕੇ ਖਾ ਲਈਏ, ਭਾਵੇਂ ਪ੍ਰਸ਼ਾਦਾ ਬਣਾ ਕੇ ਛਕ ਲਈਏ, ਇਹ ਸਾਡੇ ਸਰੀਰ ਦੀ ਖੁਰਾਕ, ਇਹਦੇ ਨਾਲ ਸਾਨੂੰ એનર્ਜੀ ਮਿਲਦੀ ਹੈ, ਅਸੀਂ ਜਿਉਂਦੇ ਹਾਂ। ਉਸੇ ਤਰ੍ਹਾਂ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ, ਉਹ ਗੁਰੂ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਅੰਦਰ ਆਉਂਦਾ ਹੈ ਤੇ ਫਿਰ ਸੰਸਾਰ ਦਾ ਜਿਹੜਾ ਭਲਾ ਹੈ ਉਹ ਕਰਨ ਦੇ ਲਈ ਅੱਗੇ ਨਾਮ ਦਾ ਪ੍ਰਚਾਰ ਕਰਦਾ ਹੈ। ਨਾਮ ਹੈ ਜਿਹੜਾ ਉਹ ਸੰਗਤਾਂ ਦੇ ਵਿੱਚ ਵੰਡਦਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰ ਪਰਮੇਸ਼ਰ, ਗੁਰੂ ਤੇ ਪਰਮੇਸ਼ਰ ਕਰਨਹਾਰ, ਇਹ ਦੋਵੇਂ ਕਰਨ ਦੇ ਸਮਰੱਥ ਨੇ। ਧੰਨ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਕਈ ਦ੍ਰਿਸ਼ਟਾਂਤ ਮਿਲਦੇ ਨੇ। ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਉਹ ਪ੍ਰਭੂ ਪਰਮਾਤਮਾ ਹੈ, ਉਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਆਪਣੀ ਮਰਿਆਦਾ ਨੂੰ ਵੀ ਆਪ ਹੀ ਜਾਣਦਾ ਹੈ। ਤੇ ਦੂਜਾ ਕੌਣ ਜਾਣਦਾ? ਸੂਰਮਾ ਗੁਰੂ, ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਸੂਰਮੇ ਗੁਰੂ ਨੇ, ਇਹ ਵੀ ਜਾਣਦੇ ਨੇ, ਕਿਉਂਕਿ ਇਹ ਉਸ ਨਿਰੰਕਾਰ ਦਾ ਹੀ ਰੂਪ ਨੇ। ਇਸ ਕਰਕੇ ਕਹਿ ਜਾਣੈ ਗੁਰ ਸੂਰਾ, ਕਹਿ ਦਾ ਅਰਥ ਇੱਥੇ ਜਾਂ, ਅਤੇ ਜਾਂ ਫਿਰ ਸੂਰਮਾ ਗੁਰੂ ਜਾਣਦਾ ਤੇ ਜਾਂ ਪ੍ਰਭੂ ਪਰਮਾਤਮਾ ਜਾਣਦਾ। ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰ ਪਰਮੇਸ਼ਰ, ਪ੍ਰਭੂ ਪਰਮਾਤਮਾ ਰੂਪ ਗੁਰੂ ਹੈ ਜਿਹੜਾ ਕਰਨਹਾਰ, ਉਹ ਭਾਈ ਸਮਰੱਥ ਹੈ, ਕਰਦਾ ਹੈ ਜੀ। ਸਗਲ ਸ੍ਰਿਸ਼ਟ ਕਉ ਦੇ ਆਧਾਰ। ਤੇ ਗੁਰੂ ਰੂਪ ਹੋ ਕੇ ਸਾਰਿਆਂ ਨੂੰ ਆਸਰਾ ਦਿੰਦਾ ਹੈ। ਪਰਮੇਸ਼ਰ ਰੂਪ ਹੋ ਕੇ ਸਾਜਨਾ ਕਰ ਰਿਹਾ ਹੈ, ਸਾਰਿਆਂ ਨੂੰ ਪਦੈਸ਼ ਕਰ ਰਿਹਾ ਹੈ। ਤੇ ਗੁਰੂ ਰੂਪ ਹੋ ਕੇ ਨਾ ਫਿਰ ਆਧਾਰ ਦਾ ਅਰਥ ਹੁੰਦਾ ਹੈ ਆਸਰਾ। ਸਾਰੀ ਸ੍ਰਿਸ਼ਟੀ ਜਿੰਨੀ ਹੈ, ਸਾਰੀ ਸ੍ਰਿਸ਼ਟੀ ਨੂੰ ਗੁਰੂ ਰੂਪ ਹੋ ਕੇ ਆਸਰਾ ਦਿੰਦਾ। ਵੇਖੋ ਪ੍ਰਭੂ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਨਾ, ਅਸੀਂ ਦੁਨੀਆ ਤੇ ਆਏ ਹਾਂ ਤੇ ਦੁਨੀਆ ਤੇ ਆਣ ਕੇ ਇਸ ਸੰਸਾਰ ਦੇ ਪਾਪਾਂ ਤੋਂ ਜਿਹੜਾ ਬਚਣਾ ਹੈ, ਬੁਰਾਈਆਂ ਤੋਂ ਜਿਹੜਾ ਬਚਣਾ ਹੈ, ਇਹ ਗੁਰੂ ਦੇ ਆਸਰੇ ਨਾਲ ਬਚਿਆ ਜਾਏਗਾ। ਗੁਰੂ ਕਿਰਪਾ ਕਰੇਗਾ, ਸਾਨੂੰ ਗਿਆਨ ਦੇਵੇਗਾ, ਗਿਆਨ ਦੀ ਡੋਰੀ ਪਕੜਾ ਕੇ ਗੁਰੂ ਫਿਰ ਸਾਨੂੰ ਬਚਾ ਕੇ ਰੱਖਦਾ ਹੈ। ਇਸ ਤਰ੍ਹਾਂ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰ ਪਰਮੇਸ਼ਰ, ਗੁਰੂ ਤੇ ਪਰਮੇਸ਼ਰ ਇਹ ਦੋਵੇਂ ਸਮਰੱਥ ਨੇ, ਕਰਨ ਦੇ ਸਮਰੱਥ ਨੇ, ਕਰਨੇਹਾਰ ਨੇ। ਸਗਲ ਸ੍ਰਿਸ਼ਟੀ ਕੋ ਦੇ ਆਧਾਰ ਤੇ ਗੁਰੂ ਹੈ ਜਿਹੜਾ ਇਹ ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੰਦਾ ਹੈ। ਪ੍ਰਭੂ ਪਰਮਾਤਮਾ ਜਿਹੜਾ ਇਹ ਸਾਰਿਆਂ ਨੂੰ ਪਦਾਸ ਕਰਦਾ ਹੈ। ਇਹਨਾਂ ਦਾਸ ਜੋ ਅਰਥ ਕਰ ਰਹੇ ਹਨ ਇੱਥੇ ਮੈਂ ਦੱਸ ਦੇਵਾਂ, ਬੱਚੇ ਲਿਖਦੇ ਵੀ ਨੇ, ਸੁਣਦੇ ਵੀ ਨੇ। ਗੁਰਬਾਣੀ ਦੇ ਅੰਦਰ ਕਈ ਸ਼ਬਦ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਉਹ ਗੁਪਤ ਰੂਪ ਦੇ ਵਿੱਚ ਨੇ
ਤੇ ਜਦੋਂ ਅਸੀਂ ਕਥਾ ਸਿੱਖਦੇ ਹਾਂ ਆਪਣੇ ਵਿਦਿਆ ਗੁਰੂ ਤੋਂ, ਉਦੋਂ ਫਿਰ ਸਾਨੂੰ ਉਹਨਾਂ ਗੱਲਾਂ ਦੀ ਸਮਝ ਲੱਗਦੀ ਏ ਵੀ ਇੱਥੇ ਜੋ ਵੀ ਦੱਸਿਆ ਗਿਆ ਹੈ ਨਾ, ਉਹ ਇਸ ਤਰੀਕੇ ਦੇ ਨਾਲ ਦੱਸਿਆ ਗਿਆ। ਤਾਂ ਕਰਕੇ ਜਦੋਂ ਆਪਾਂ ਤੁਕ ਪੜ੍ਹਦੇ ਹਾਂ, ਸਗਲ ਸ੍ਰਿਸ਼ਟੀ ਕੋ ਦੇ ਆਧਾਰ, ਸਾਰੀ ਸ੍ਰਿਸ਼ਟੀ ਨੂੰ ਆਸਰਾ ਦਿੰਦਾ ਹੈ। ਹੁਣ ਆਸਰਾ ਕੌਣ ਦਿੰਦਾ ਹੈ? ਆਸਰਾ ਗੁਰੂ ਦਿੰਦਾ ਹੈ। ਤੇ ਪਦੈਸ ਕੌਣ ਕਰਦਾ ਹੈ? ਪਦੈਸ ਪਰਮਾਤਮਾ ਅਕਾਲ ਪੁਰਖ ਕਰਦਾ ਹੈ। ਉਹ ਪਦੈਸ ਕਰਦਾ ਹੈ ਤੇ ਗੁਰੂ ਹੈ ਜਿਹੜਾ ਇਹ ਸਾਨੂੰ ਆਸਰਾ ਦਿੰਦਾ ਹੈ। ਗੁਰੂ ਦੇ ਆਸਰੇ ਦੇ ਨਾਲ ਅਸੀਂ ਪ੍ਰਭੂ ਪਰਮਾਤਮਾ ਦੇ ਤੱਕ ਪਹੁੰਚ ਸਕਦੇ ਹਾਂ। ਸਾਡੀ ਜਿਹੜੀ ਗਤੀ ਹੈ, ਮੁਕਤੀ ਹੈ, ਪ੍ਰਭੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਹੜਾ ਵਾਸ ਹੈ ਨਾ, ਇਹ ਗੁਰੂ ਦੇ ਆਸਰੇ ਦੇ ਨਾਲ ਹੁੰਦਾ ਹੈ। ਇਸ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਜਿਹੜਾ ਇਹ ਗੁਰੂ ਹੈ। ਤੇ ਸ੍ਰਿਸ਼ਟੀ ਦੀ ਜਿਹੜੀ ਪਦੈਸ ਹੈ ਨਾ, ਉਹ ਪ੍ਰਭੂ ਪਰਮਾਤਮਾ ਕਰਨ ਵਾਲਾ ਹੈ। ਕਿਉਂਕਿ ਪਹਿਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ, ਗੁਰ ਪਰਮੇਸ਼ਰ, ਗੁਰੂ ਤੇ ਪਰਮੇਸ਼ਰ ਦੋਵਾਂ ਦਾ ਹੀ ਨਾਂ ਦੱਸ ਦਿੱਤਾ। ਕਰਨੇਹਾਰ, ਗੁਰ ਕਰਨੇਹਾਰ, ਪਰਮੇਸ਼ਰ ਕਰਨੇਹਾਰ। ਇਹ ਕਰਨੇਹਾਰ ਸ਼ਬਦ ਹੈ ਜਿਹੜਾ ਦੋਵਾਂ ਦੇ ਨਾਲ ਲਾ ਲਓ, ਫਿਰ ਜ਼ਿਆਦਾ ਸਮਝ ਆ ਜਾਵੇਗੀ। ਤਿੰਨ ਹੀ ਸ਼ਬਦ ਨੇ, ਗੁਰ ਪਰਮੇਸ਼ਰ ਕਰਨੇਹਾਰ। ਇੱਕ ਤੁਕ ਦੇ ਵਿੱਚ ਤਿੰਨ ਸ਼ਬਦ ਨੇ। ਜਿਹੜਾ ਕਰਨੇਹਾਰ ਇਹ ਦੋਵਾਂ ਦੇ ਲਈ ਸਾਂਝਾ ਵਰਤਿਆ ਗਿਆ। ਗੁਰ ਕਰਨੇਹਾਰ, ਪਰਮੇਸ਼ਰ ਕਰਨੇਹਾਰ। ਪਰਮੇਸ਼ਰ ਵੀ ਕਰਨ ਵਾਲਾ ਹੈ ਤੇ ਗੁਰੂ ਵੀ ਕਰਨ ਵਾਲਾ ਹੈ। ਹੁਣ ਅਗਲੀ ਤੁਕ ਦੇ ਵਿੱਚ ਵਖਰੇਵਾ ਕਰਨਾ ਪਏਗਾ ਵੀ ਗੁਰੂ ਕੀ ਕਰਦਾ ਤੇ ਪਰਮੇਸ਼ਰ ਕੀ ਕਰਦਾ ਹੈ। ਪਰਮੇਸ਼ਰ ਸਾਨੂੰ ਜਨਮ ਦਿੰਦਾ ਹੈ, ਪਰਮੇਸ਼ਰ ਸਾਡੀ ਪਦੈਸ਼ ਕਰਦਾ ਹੈ, ਤੇ ਗੁਰੂ ਹੈ ਜਿਹੜਾ ਉਹ ਸਾਨੂੰ ਆਸਰਾ ਦੇ ਰਿਹਾ ਹੈ ਜੀ। ਗੁਰ ਕੇ ਚਰਨ ਕਮਲ ਮਨ ਧਿਆਏ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰੂ ਦੇ ਚਰਨ ਨੇ ਨਾ, ਧਿਆਨ ਇਹਨਾਂ ਦਾ ਧਾਰਨ ਕਰਨਾ ਹੈ, ਜੁੜਨਾ ਗੁਰੂ ਦੇ ਨਾਲ। ਇਹ ਭਗਤ ਕਬੀਰ ਜੀ ਨੇ ਵੀ ਇਹਦਾ ਬੜਾ ਸੁੰਦਰ ਖੁਲਾਸਾ ਕੀਤਾ ਕਬੀਰ ਸਾਗਰ ਗ੍ਰੰਥ ਦੇ ਅੰਦਰ। ਜਿਸ ਵਕਤ ਇਹਨਾਂ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਸੀ, ਅੰਦਰ ਦੀ ਅਵਸਥਾ ਬਣ ਗਈ ਸੀ, ਤੇ ਇਹਨਾਂ ਦੇ ਗੁਰੂ ਨੇ ਆਖਿਆ ਚਲੋ ਭਾਈ ਜਾ ਕੇ ਭਗਤ ਕਬੀਰ ਜੀ ਦਾ ਥੋੜਾ ਜਿਹਾ ਰਿਜ਼ਲਟ ਤਾਂ ਲੈ ਲਈਏ, ਵੀ ਸਾਨੂੰ ਕਿਤੇ ਭੁੱਲ ਤਾਂ ਨਹੀਂ ਗਿਆ। ਜਿਵੇਂ ਆ ਕਈ ਬੱਚੇ ਹੁੰਦੇ ਨੇ ਨਾ, ਉਹ ਸੰਥਿਆ ਕਰਾ ਕੇ ਫਿਰ ਰੋਜੀ ਰੋਟੀ ਜੋਗੇ ਹੋ ਜਾਂਦੇ ਨੇ, ਤੇ ਬਾਅਦ ਦੇ ਵਿੱਚ ਫਿਰ ਆਪਣੇ ਮਾਸਟਰਾਂ ਨੂੰ ਭੁੱਲ ਜਾਂਦੇ ਨੇ। ਜਿਨ੍ਹਾਂ ਚੋਂ ਸਕੂਲਾਂ ਚੋਂ ਅਸੀਂ ਪੜ੍ਹੇ ਹੁੰਦੇ ਆ ਮਾਸਟਰ, ਉਹਨਾਂ ਨੂੰ ਭੁੱਲ ਜਾਈਦਾ। ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਇਹਨੂੰ ਅਕਿਰਤ ਕਰਨਾ ਆਖਿਆ ਜਾਂਦਾ ਹੈ। ਹੁਣ ਭਗਤ ਕਬੀਰ ਜੀ ਦਾ ਗੁਰੂ ਆਇਆ, ਮੈਂ ਵੇਖਾਂ ਜਾ ਕੇ ਭਗਤ ਕਬੀਰ ਕੀਤੇ ਕਿਰਤ ਘਣ ਤਾਂ ਨਹੀਂ ਹੋ ਗਿਆ। ਮੈਂ ਉਹਨੂੰ ਪ੍ਰਭੂ ਪਰਮਾਤਮਾ ਦਾ ਮਾਰਗ ਦੱਸਿਆ ਸੀ, ਉੱਥੇ ਤੱਕ ਗਿਆ ਏ। ਤੇ ਹੁਣ ਦੋ ਰੂਪ ਧਾਰਨ ਕਰ ਲਏ ਨੇ ਭਗਤ ਕਬੀਰ ਜੀ ਦੇ ਗੁਰੂ ਨੇ, ਰਾਮਾਨੰਦ ਜੀ ਨੇ। ਇੱਕ ਆਪ ਦਾ ਤੇ ਇੱਕ ਉਸ ਪ੍ਰਭੂ ਪਰਮਾਤਮਾ ਦਾ ਰੂਪ ਬਣਾ ਲਏ। ਤੇ ਭਗਤ ਕਬੀਰ ਜੀ ਫਿਰ ਉੱਥੇ ਲਿਖਦੇ ਨੇ, ਗੁਰੂ ਗੋਬਿੰਦ ਦੋ ਖੜੇ। ਕਹਿੰਦਾ ਦੋਵੇਂ ਆ ਗਏ ਨੇ ਅੱਜ, ਗੁਰੂ ਵੀ ਆ ਗਿਆ ਤੇ ਰੱਬ ਵੀ ਆ ਗਿਆ। ਕਾਕੇ ਲਾਗੂ ਪਾਏ, ਮੈਨੂੰ ਕਹਿੰਦੇ ਚਰਨਾਂ ਦੇ ਨਾਲ। ਭਾਵ ਪਹਿਲੂ ਸਤਿਕਾਰ ਕਿਹਨੂੰ ਦੇਣਾ ਚਾਹੀਦਾ ਹੈ? ਪਹਿਲੂ ਕਹਿੰਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ। ਬਲਿਹਾਰੀ ਗੁਰ ਆਪਣੇ, ਮੈਨੂੰ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਣਾ ਚਾਹੀਦਾ। ਜਿਨ ਗੋਬਿੰਦ ਦੀ ਉਹ ਬਤਾ, ਕਹਿੰਦਾ ਰੱਬ ਤੇ ਇਹਨੇ ਦੱਸੇ ਤਾਂ ਲੁਕਿਆ ਬੈਠਾ ਸੀ। ਰੱਬ ਨੂੰ ਦੱਸਣ ਵਾਲਾ ਤਾਂ ਰਾਮਾਨੰਦ ਹੈ ਨਾ, ਮੇਰਾ ਗੁਰੂ ਹੈ ਨਾ, ਇਹਨੇ ਮੈਨੂੰ ਦੱਸਿਆ ਵੀ ਆਹ ਸੇ ਰੱਬ, ਇਸ ਤਰ੍ਹਾਂ ਰੱਬ ਨੂੰ ਮਿਲੀਦਾ ਹੈ। ਇਸ ਵਾਸਤੇ ਮੈਂ ਆਪਣੇ ਗੁਰੂ ਦੇ ਚਰਨਾਂ ਨਾਲ ਲੱਗਣਾ ਹੈ। ਸੋ ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਵੀ ਸਾਨੂੰ ਦੱਸਦੀ ਏ, ਗੁਰ ਕੇ ਚਰਨ ਕਮਲ ਮਨ ਧਿਆਏ। ਜਿਹੜਾ ਜੁੜਨਾ ਹੈ ਨਾ, ਉਹ ਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਜੁੜਨਾ ਹੈ ਜੀ। ਦੁੱਖ ਦਰਦ ਇਸ ਤਨ ਤੇ ਜਾਏ। ਤੇ ਫਿਰ ਇਹ ਸਰੀਰ ਹੈ ਜਿਹੜਾ, ਇਹਦੇ ਵਿੱਚ ਨਾ ਕੋਈ ਦੁੱਖ ਰਵੇਗਾ ਤੇ ਨਾ ਕੋਈ ਦਰਦ ਰਵੇਗਾ। ਦੁੱਖ ਹੈ ਜਿਹੜਾ ਇਹ ਵਿਕਾਰਾਂ ਦਾ ਹੈ, ਬੁਰਾਈਆਂ ਦਾ ਹੈ। ਵਿਕਾਰ ਬੁਰਾਈਆਂ ਨੇ ਜਿਹੜੀਆਂ, ਇਹ ਦੁੱਖ ਰੂਪ ਨੇ। ਤੇ ਦੁੱਖ ਤੋਂ ਫਿਰ ਭਾਈ ਅੱਗੇ ਜਿਹੜਾ ਦਰਦ ਹੈ ਉਹ ਹੁੰਦਾ ਹੈ। ਇਸ ਤਨ ਤੇ ਜਾਏ, ਇਸ ਸਰੀਰ ਦੇ ਵਿੱਚ ਵਿਕਾਰ ਬੁਰਾਈਆਂ ਨੇ ਜਿਹੜੀਆਂ, ਉਹ ਦੁੱਖ ਰੂਪ ਭਾਵ ਬਿਮਾਰੀ ਰੂਪ ਨਹੀਂ ਬਣਨਗੀਆਂ, ਤੇ ਫਿਰ ਦੁੱਖ ਵੀ ਨਹੀਂ ਦੇਣਗੀਆਂ ਜੀ। ਭਵ ਜਲ ਡੂਬਤ ਸਤਿਗੁਰ ਕਾਢੈ। ਅੱਗੇ ਵਿਸ਼ਰਾਮ ਲਾ ਕੇ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ। ਉਸ ਪ੍ਰਭੂ ਪਰਮਾਤਮਾ ਨੇ ਤੇ ਭਵਜਲ ਬਣਾ ਦਿੱਤਾ ਸਾਰਾ, ਤੇ ਗੁਰੂ ਨੇ ਸਾਨੂੰ ਇਹਦੇ ਚੋਂ ਕੱਢਿਆ। ਕੱਢਣ ਵਾਲਾ ਗੁਰੂ ਹੈ, ਤੇ ਇਹਨੂੰ ਭਵਜਲ ਨੂੰ ਬਣਾਉਣ ਵਾਲਾ ਪਰਮਾਤਮਾ ਹੈ। ਭਵਜਲ ਡੂਬਤ, ਉਸ ਪ੍ਰਭੂ ਪਰਮਾਤਮਾ ਨੇ ਸਾਡੀ ਪਦੈਸ ਕਰਕੇ ਨਾ ਸਾਨੂੰ ਇਸ ਭਵਜਲ ਦੇ ਵਿੱਚ ਸੱਟ ਦਿੱਤਾ ਹੈ। ਸਤਿਗੁਰ ਕਾਢੇ, ਤੇ ਵੇਖੋ ਸੱਚਾ ਸਤਿਗੁਰ ਸਾਨੂੰ ਗੁਰਬਾਣੀ ਦੀ ਦਾਤ ਦੇ ਕੇ, ਗੁਰਬਾਣੀ ਦੇ ਨਾਲ ਜੋੜ ਕੇ, ਨਾਮ ਦੀ ਦਾਤ ਦੇ ਕੇ ਇਹਦੇ ਚੋਂ ਕੱਢ ਰਿਹਾ ਹੈ ਜੀ। ਜਨਮ ਜਨਮ ਕਾ ਟੂਟਾ ਗਾਢੈ। ਪਿੱਛੇ ਪਤਾ ਨਹੀਂ ਕਿੰਨੇ ਕੁ ਜਨਮਾਂ ਜਨਮਾਂਤਰਾਂ ਦੇ, ਜਦੋਂ ਤੱਕ ਸਾਨੂੰ ਗੁਰੂ ਨਹੀਂ ਸੀ ਮਿਲਿਆ, ਗੁਰੂ ਦੀ ਪ੍ਰਾਪਤੀ ਨਹੀਂ ਸੀ ਹੋਈ,
ਤੇ ਅਸੀਂ ਉਸ ਵਾਹਿਗੁਰੂ ਦੇ ਨਾਲੋਂ ਟੁੱਟੇ ਹੋਏ ਸੀ ਤੇ ਗੁਰੂ ਨੇ ਕਿਰਪਾ ਕੀਤੀ, ਜਨਮਾਂ ਜਨਮਾਂਤਰਾਂ ਦੇ ਟੁੱਟਿਆ ਹੋਇਆਂ ਨੂੰ ਨਾ ਫਿਰ ਗੰਢ ਲਿਆ ਹੈ ਜੀ। ਗੁਰ ਕੀ ਸੇਵਾ ਕਰੋ ਦਿਨ ਰਾਤ। ਇਸ ਕਰਕੇ ਸਾਡਾ ਜਿਹੜਾ ਕਰਮ ਬਣਦਾ ਉਹ ਗੁਰੂ ਦੀ ਸੇਵਾ ਕਰਨ ਦਾ ਹੀ ਬਣਦਾ ਹੈ। ਗੁਰ ਕੀ ਸੇਵਾ, ਜਿਹੜੀ ਸੇਵਾ ਕਰਨੀ ਹੈ ਨਾ, ਇਹ ਗੁਰੂ ਦੀ ਕਰਨੀ ਹੈ ਦਿਨ ਰਾਤ, ਤੇ ਕਰਨੀ ਵੀ ਦਿਨ ਤੇ ਰਾਤ ਹੈ। ਦਿਨ ਤੇ ਰਾਤ ਗੁਰੂ ਦੀ ਸੇਵਾ ਦੇ ਵਿੱਚ ਨਿਪੁੰਨ ਰਹਿਣਾ ਹੈ ਜੀ। ਸੁਖ ਸਹਿਜ ਮਨ ਆਵੈ ਸ਼ਾਂਤ। ਤੇ ਗੁਰੂ ਦੀ ਸੇਵਾ ਕੀਤਿਆਂ ਨਾ ਫਿਰ ਸੁਖ ਤੇ ਸਹਿਜ ਮਨ ਆਵੇ ਸ਼ਾਂਤ। ਇਹ ਸਹਿਜ ਹੈ ਨਾ ਜਿਹੜਾ ਇੱਕ ਅਵਸਥਾ ਹੈ, ਸੁਖ ਸਹਿਜ ਉਹ ਅਵਸਥਾ ਸਹਿਜ ਵਾਲੀ, ਉਹਦਾ ਜਿਹੜਾ ਸੁਖ ਹੈ ਨਾ ਉਹ ਜਦੋਂ ਮਨੁੱਖ ਨੂੰ ਪ੍ਰਾਪਤ ਹੁੰਦਾ ਤੇ ਫਿਰ ਮਨ ਦੇ ਵਿੱਚ ਸ਼ਾਂਤੀ ਹੁੰਦੀ ਏ। ਤੇ ਇਹ ਸਹਿਜ ਵਾਲੀ ਅਵਸਥਾ ਕੀ ਏ? ਗੌੜੀ ਰਾਗਣੀ ਦੇ ਅੰਦਰ ਭਗਤ ਕਬੀਰ ਜੀ ਦਾ ਸ਼ਬਦ ਹੈ, ਸਹਿਜ ਕੀ ਅਕਥ ਕਥਾ ਹੈ। ਇਹ ਰਾਓ ਦੀ ਤੁਕ ਪੜ੍ਹੀ ਏ ਦਾਸ ਨੇ, ਇਹਦੇ ਵਿੱਚ ਪੂਰਾ ਖੁਲਾਸਾ ਕੀਤਾ ਭਗਤ ਕਬੀਰ ਜੀ ਨੇ ਸਹਿਜ ਦਾ। ਭਈ ਸਹਿਜ ਕੀ ਏ? ਇਸ ਨੂੰ ਸਹਿਜ ਆਖਿਆ ਜਾਂਦਾ ਹੈ। ਸਹਿਜ ਨੂੰ ਥੋੜਾ ਜਿਹਾ ਆਪਾਂ ਵੀ ਸਮਝ ਲਈਏ। ਗੁਰੂ ਮਹਾਰਾਜ ਜੀ ਦੱਸ ਰਹੇ ਨੇ, ਸਹਿਜ ਵਾਲਾ ਜਿਹੜਾ ਮਨੁੱਖ ਹੈ ਨਾ ਉਹ ਉਤਾਵਲਾ ਨਹੀਂ ਹੁੰਦਾ, ਕਦੇ ਵੀ ਕਾਹਲਾ ਨਹੀਂ ਪੈਂਦਾ। ਇਹ ਉਹਦੀ ਅੰਦਰ ਦੀ ਅਵਸਥਾ ਹੈ, ਇਹ ਉਹਦੀ ਇੱਕ ਤਰ੍ਹਾਂ ਦੀ ਨਿਸ਼ਾਨੀ ਹੈ। ਕਿਤਨਾ ਕੁਝ ਵੀ ਹੋ ਜਾਵੇ ਉਹਨੇ ਕਾਹਲਾ ਨਹੀਂ ਪੈਣਾ, ਕਦੇ ਘਬਰਾਉਂਦਾ ਨਹੀਂ ਉਹ। ਤੇ ਸਹਿਜ ਵਾਲਾ ਜਿਹੜਾ ਹੈ ਉਹ ਦੁੱਖ ਦੇ ਵਿੱਚ ਕਾਹਲਾ ਨਹੀਂ ਪੈਂਦਾ, ਉਤਾਵਲਾ ਨਹੀਂ ਪੈਂਦਾ, ਤੇ ਸੁੱਖ ਦੇ ਵਿੱਚ ਨਾ ਉਹ ਉਸੇ ਅਵਸਥਾ ਦੇ ਵਿੱਚ ਰਹਿੰਦਾ ਹੈ ਜਿਹੜੀ ਨਿਰੰਤਰ ਉਹਦੇ ਅੰਦਰ ਬਣੀ ਹੋਈ ਹੈ। ਸੁੱਖ ਦੇ ਵਿੱਚ ਉਹ ਉਛਲ ਨਹੀਂ ਪੈਂਦਾ ਤੇ ਦੁੱਖ ਦੇ ਵਿੱਚ ਉਤਾਵਲਾ ਕਾਹਲਾ ਨਹੀਂ ਪੈਂਦਾ। ਇਹ ਨਹੀਂ ਵੀ ਜੇ ਥੋੜਾ ਜਿਹਾ 4 ਕੁ ਦਿਨਾਂ ਦਾ ਸੁੱਖ ਆਇਆ ਹੈ ਤੇ ਫਿਰ ਉਛਲ ਗਿਆ ਹੈ, ਥੋੜਾ ਜਿਹਾ ਕੱਪੜਿਆਂ ਚੋਂ ਬਾਹਰ ਹੋ ਗਿਆ, ਤੇ ਜੇ ਮਾੜਾ ਜਿਹਾ ਦੁੱਖ ਹੋ ਗਿਆ ਤੇ ਫਿਰ ਸੁੰਗਣ ਲੱਗ ਗਏ, ਇਕੱਠਾ ਹੋਣ ਲੱਗ ਗਏ, ਵਿਆਹ ਕੀ ਹੋ ਗਿਆ। ਉਹ ਸਦਾ ਇੱਕੋ ਰਸ ਦੇ ਵਿੱਚ ਨਿਰੰਤਰ ਦੇ ਵਿੱਚ ਰਹਿੰਦਾ ਹੈ। ਭਾਵੇਂ ਉਹਦੀ ਕੋਈ ਨਿੰਦਿਆ ਕਰੀ ਜਾਵੇ, ਭਾਵੇਂ ਉਹਦੀ ਕੋਈ ਵਡਿਆਈ ਕਰੀ ਜਾਵੇ, ਉਹਦੇ ਤੇ ਕੋਈ ਅਸਰ ਨਹੀਂ। ਇਹ ਸਹਿਜ ਅਵਸਥਾ ਬਣ ਗਈ ਏ, ਇੱਕ ਰਸ ਦੀ ਅਵਸਥਾ ਬਣ ਗਈ। ਸੁਖ ਸਹਿਜ ਮਨ ਆਵੇ ਸ਼ਾਂਤ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਸ ਤਰ੍ਹਾਂ ਕਿਰਪਾ ਹੁੰਦੀ ਏ। ਜਿਹੜੀ ਸਹਿਜ ਅਵਸਥਾ ਇਹਦਾ ਸੁਖ ਪ੍ਰਾਪਤ ਹੁੰਦਾ ਤੇ ਮਨ ਦੇ ਵਿੱਚ ਸ਼ਾਂਤੀ ਆ ਜਾਂਦੀ ਹੈ ਜੀ। ਸਤਿਗੁਰ ਕੀ ਰੇਣ ਵਡ ਭਾਗੀ ਪਾਵੈ। ਤੇ ਜਿਹੜੇ ਵੱਡੇ ਭਾਗਾਂ ਵਾਲੇ ਨੇ ਸੱਚੇ ਸਤਿਗੁਰ ਦੇ ਚਰਨਾਂ ਦੀ ਜਿਹੜੀ ਰੇਣ ਹੈ ਨਾ, ਭਾਵ ਚਰਨ ਧੂੜੀ ਹੈ ਜੋ ਗੁਰੂ ਜੀ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੀ। ਨਾਨਕ ਗੁਰ ਕਉ ਸਤ ਬਲ ਜਾਵੈ। ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ। ਇਸ ਕਰਕੇ ਸੱਚੇ ਸਤਿਗੁਰੂ ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਵਰਤਮਾਨ ਦੇ ਵਿੱਚ ਨੇ, ਜਿਨ੍ਹਾਂ ਦੇ ਅੰਦਰ 10 ਪਾਤਸ਼ਾਹੀਆਂ ਦਾ ਗਿਆਨ ਬਖਸ਼ਿਸ਼ ਕੀਤਾ ਹੋਇਆ, ਭਰਿਆ ਹੋਇਆ, ਇਹਨਾਂ ਦੇ ਉੱਤੋਂ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਉਹੀ ਮਹੱਲਾ ਪੰਜਵਾ। ਗੁਰ ਆਪਣੇ ਉੱਪਰ ਬਲ ਜਾਈਆ। ਪਾਵਨ ਸ਼ਬਦ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ, ਅਸੀਂ ਆਪਣੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਜੀ। ਆਠ ਪਹਿਰ ਹਰ ਹਰ ਜਸ ਗਾਈਆ। ਤੇ ਗੁਰੂ ਦਾ ਬਖਸ਼ਿਸ਼ ਕੀਤਾ ਹੋਇਆ ਵਾਹਿਗੁਰੂ ਗੁਰ ਮੰਤਰੇ 8 ਪੈਰ ਅਸੀਂ ਵਾਹਿਗੁਰੂ ਵਾਹਿਗੁਰੂ ਕਰੀਏ ਤੇ ਗੁਰੂ ਦਾ ਹੀ ਜਸ ਗਾਇਨ ਕਰਦੇ ਰਹੀਏ ਜੀ। ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਇਸ ਕਰਕੇ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਨਾ ਸਿਮਰਨਾ ਕਰੀਏ ਅਸੀਂ ਆਪਣੇ ਮਾਲਕ ਨੂੰ। ਗੁਰੂ ਨੇ ਸਾਨੂੰ ਉਸ ਮਾਲਕ ਦਾ ਨਾਮ ਦਿੱਤਾ ਹੈ ਵਾਹਿਗੁਰੂ, ਉਸ ਵਾਹਿਗੁਰੂ ਨੂੰ ਅਸੀਂ ਸਿਮਰਨਾ ਕਰੀਏ ਜੀ। ਸਗਲ ਘਟਾ ਜਾਮੀ। ਇੱਥੇ ਦੱਸਣਾ ਨਹੀਂ ਪੈਂਦਾ ਵੀ ਮੈਂ ਤੇਰਾ ਸਿਮਰਨ ਕਰਦਾ, ਮੈਂ ਤੈਨੂੰ ਯਾਦ ਕਰਦਾ। ਉਹ ਸਾਡੇ ਅੰਦਰ ਬੈਠਾ ਤੇ ਅੰਦਰ ਆਪਣੇ ਆਪ ਹੀ ਜਾਣਦਾ ਹੈ, ਕਿਉਂਕਿ ਅੰਤਰਜਾਮੀ ਹੈ। ਸਗਲ ਘਟਾਕਾ ਅੰਤਰਜਾਮੀ, ਉਹ ਸਾਰਿਆਂ ਦੇ ਸਰੀਰਾਂ ਦੇ ਅੰਦਰ ਦੀ ਗੱਲ ਨੂੰ ਜਾਣਦਾ ਹੈ। ਉਹਨੂੰ ਕਿਸੇ ਨੂੰ ਕੁਝ ਦੱਸਣਾ ਨਹੀਂ ਪੈਂਦਾ, ਬਿਨ ਬੋਲਿਆ ਸਭ ਕੁਝ ਜਾਣਦਾ। ਉਹ ਬਿਨਾਂ ਬੋਲਣ ਤੋਂ ਹੀ ਸਾਰਾ ਕੁਝ ਜਾਣਦਾ ਹੈ ਜੀ। ਰਹਾਉ ਚਰਨ ਕਮਲ ਸਿਓ ਲਾਗੀ ਪ੍ਰੀਤ। ਵਿਸ਼ਰਾਮ ਲਾ ਕੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਸੱਚੇ ਸਤਿਗੁਰ ਨੇ ਕਿਰਪਾ ਕੀਤੀ ਏ, ਉਹਨਾਂ ਦੇ ਚਰਨਾਂ ਕਮਲਾਂ ਦੇ ਨਾਲ ਸਾਡਾ ਪ੍ਰੇਮ ਬਣ ਗਿਆ, ਪ੍ਰੀਤ ਬਣ ਗਈ ਹੈ ਜੀ। ਸਾਚੀ ਪੂਰਨ ਨਿਰਮਲ ਰੀਤ। ਉਹ ਸੱਚੇ ਸਤਿਗੁਰ ਦੀ ਕਿਰਪਾ ਰਹਿਮਤ ਏ। ਸਾਚੀ ਪੂਰਨ ਨਿਰਮਲ ਰੀਤ। ਰੀਤ ਦਾ ਅਰਥ ਹੈ ਮਰਿਆਦਾ। ਗੁਰੂ ਮਹਾਰਾਜ ਜੀ ਨੇ ਜੋ ਸਾਨੂੰ ਮਰਿਆਦਾ ਦਿੱਤੀ ਹੈ ਨਾ, ਇਹ ਹੈ ਵੀ ਪਵਿੱਤਰ ਤੇ ਇਹ ਪੂਰੀ ਮਰਿਆਦਾ ਹੈ, ਭਾਵ ਇਹਦੇ 'ਚ ਕੋਈ ਕਮੀ ਨਹੀਂ, ਤੇ ਇਹ ਸੱਚੀ ਮਰਿਆਦਾ। ਸਾਚੀ ਤੋਂ ਭਾਵ ਸੱਚੀ, ਪੂਰਨ ਤੋਂ ਭਾਵ ਇਹਦੇ 'ਚ ਕਮੀ ਕੋਈ ਨਹੀਂ, ਘਾਟ ਕੋਈ ਨਹੀਂ। ਨਿਰਮਲ ਤੋਂ ਭਾਵ ਤੇ ਪਵਿੱਤਰ ਹੈ, ਸੱਚੀ ਹੈ, ਪੂਰੀ ਹੈ ਤੇ ਪਵਿੱਤਰ ਹੈ ਰੀਤ। ਇਹ ਗੁਰੂ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਸਾਨੂੰ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੀ ਮਰਿਆਦਾ ਦੱਸਦੀ ਹੈ, ਰੀਤੀ ਦੱਸਦੀ ਹੈ।
ਇਹ ਭਈ ਸੱਚੀ ਪੂਰੀ ਤੇ ਪਵਿੱਤਰ ਹੈ ਜੀ। ਸੰਤ ਪ੍ਰਸਾਦ ਵਸੈ ਮਨ ਮਾਹੀ। ਤੇ ਵਸਦੀ ਇਹ ਤਾਂ ਹੈ ਜੇ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ, ਸੱਚੇ ਸਤਿਗੁਰ ਦੀ ਰਹਿਮਤ ਹੋ ਜਾਵੇ। ਸੰਤ ਪ੍ਰਸਾਦ, ਸੰਤ ਗੁਰਬਾਣੀ ਸੰਤ ਸਰੂਪ ਹੈ। ਜਦੋਂ ਗੁਰਬਾਣੀ ਦੇ ਨਾਲ ਪ੍ਰੇਮ ਹੋ ਜਾਂਦਾ, ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਫਿਰ ਕਿਰਪਾ ਹੁੰਦੀ ਵਸੇ ਮਨ ਮਾਹੀ, ਫਿਰ ਇਹ ਮਨ ਦੇ ਵਿੱਚ ਵਸੀ ਰਹਿੰਦੀ। ਭਾਵ ਜੋ ਮਰਿਆਦਾ ਨਾ, ਫਿਰ ਅਸੀਂ ਇਹਨੂੰ ਭੁੱਲਦੇ ਨਹੀਂ, ਮਰਿਆਦਾ ਤੋਂ ਬਾਹਰ ਨਹੀਂ ਜਾਂਦੇ। ਮਰਿਆਦਾ ਤੋਂ ਬਾਹਰ ਤਾਂ ਜਾਈਦਾ ਜੇ ਭੁੱਲ ਜਾਈਏ ਤਾਂ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੰਤ ਪ੍ਰਸਾਦ ਗੁਰੂ ਨੇ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਸੱਚੇ ਸਤਿਗੁਰ ਦੀ ਜਿਹੜੀ ਸੱਚੀ ਪਵਿੱਤਰ ਪੂਰੀ ਮਰਿਆਦਾ ਸਾਡੇ ਮਨ ਦੇ ਵਿੱਚ ਵਸੀ ਹੋਈ ਹੈ ਜੀ। ਜਨਮ ਜਨਮ ਕੇ ਕਿਲ ਬਿਖ ਜਾਹੀ। ਇਹਦੇ ਨਾਲ ਸਾਡੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਕੀਤੇ ਹੋਏ ਪਾਪ ਗੁਨਾਹ ਨੇ ਨਾ, ਇਹ ਸਾਰੇ ਦੇ ਸਾਰੇ ਲੈ ਜਾਂਦੇ ਹਨ ਜੀ। ਕਰ ਕਿਰਪਾ ਪ੍ਰਭ ਦੀਨ ਦਇਆਲਾ। ਹੇ ਦਿਆਲੂ, ਹੇ ਕਿਰਪਾਲੂ, ਸਾਡੇ ਤੇ ਕਿਰਪਾ ਕਰਨੀ ਕਰੋ ਜੀ। ਨਾਨਕ ਮਾਗੈ ਸੰਤਰ ਵਾਲਾ। ਇਹ ਸੱਚੇ ਸਤਿਗੁਰ ਅਸੀਂ ਗੁਰੂ ਦੇ ਚਰਨਾਂ ਦੀ ਜਿਹੜੀ ਰਵਾਲਾ ਹੈ ਨਾ, ਰਵਾਲਾ ਗੁਰੂ ਚਰਨ ਧੂੜੀ ਨੂੰ ਆਖਦੇ ਨੇ। ਆਪ ਜੀ ਦੇ ਚਰਨਾਂ ਦੀ ਧੂੜੀ ਹੈ ਜਿਹੜੀ, ਉਹ ਆਪ ਜੀ ਦੇ ਦਰ ਤੋਂ ਮੰਗਣੀ ਕਰਦੇ ਹਾਂ ਜੀ। ਸੋਹੀ ਮਹੱਲਾ ਪੰਜਵਾ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਹੇ ਸੱਚੇ ਸਤਿਗੁਰ ਜੀ, ਆਪ ਜੀ ਦੇ ਦਰਸ਼ਨ ਨੇ, ਆਪ ਜੀ ਦੇ ਦਰਸ਼ਨ ਕਰਕੇ ਸਾਡਾ ਜੀਵਨ ਬਣਦਾ ਹੈ। ਆਪ ਜੀ ਦੇ ਦਰਸ਼ਨਾਂ ਦੇ ਨਾਲ ਹੀ ਅਸੀਂ ਜਿਉਂਦੇ ਹਾਂ ਜੀ। ਪੂਰਨ ਕਰਮ ਹੋਏ ਪ੍ਰਭ ਮੇਰਾ। ਤੇ ਇਹਦੇ ਨਾਲ ਸਾਡਾ ਜਿਹੜਾ ਕਰਮ ਹੈ ਨਾ, ਇਹ ਪੂਰਾ ਹੋ ਜਾਂਦਾ ਹੈ। ਇਹਨੂੰ ਥੋੜਾ ਜਿਹਾ ਹੁਣ ਸਮਝਣਾ ਪਏਗਾ। ਦਰਸ਼ਨ ਦੇਖ ਜੀਵਾ ਗੁਰ ਤੇਰਾ। ਹੈ ਮੇਰੇ ਸੱਚੇ ਸਤਿਗੁਰ ਜੀ, ਆਪ ਜੀ ਦੇ ਦਰਸ਼ਨਾਂ ਨੂੰ ਕਰਕੇ ਮੇਰਾ ਜਿਹੜਾ ਇਹ ਜੀਵਨ ਬਣਦਾ। ਜਿਵੇਂ ਇੱਕ ਮਾਂ ਆਪਣੇ ਨਿੱਕੇ ਜਿਹੇ ਬੱਚੇ ਨੂੰ ਵੇਖ ਵੇਖ ਕੇ ਜਿਉਂਦੀ ਹੈ ਨਾ, ਅੰਦਰ ਚਾਹ ਚੜਦਾ, ਅੰਦਰ ਖੁਸ਼ ਹੁੰਦੀ ਵੀ ਮੇਰਾ ਪੁੱਤਰ ਗੱਭਰੂ ਹੋ ਰਿਹਾ ਹੈ। ਉਵੇਂ ਜਿਵੇਂ ਜਿਹੜਾ ਗੁਰਸਿੱਖ ਹੈ ਆਪਣੇ ਗੁਰੂ ਦੇ ਦਰਸ਼ਨਾਂ ਦੇ ਨਾਲ ਜਿਉਂਦਾ ਹੈ। ਗੁਰੂ ਦੇ ਦਰਸ਼ਨ ਕਰਕੇ ਅੰਦਰ ਸਕੂਨ ਮਿਲਦਾ, ਅੰਦਰ ਚਾਹ ਚੜਦਾ ਹੈ। ਪੂਰਨ ਕਰਮ ਹੋਏ ਪ੍ਰਭ ਮੇਰਾ। ਹਰ ਇੱਕ ਮਨੁੱਖ ਕੋਈ ਨਾ ਕੋਈ ਕਰਮ ਕਰਦਾ ਹੈ। ਇਹ ਕਰਮ ਨੇ ਜਿਹੜੇ 5 ਪ੍ਰਕਾਰ ਦੇ ਨੇ। ਨਿਤ ਕਰਮ, ਨਿਮਿਤ ਕਰਮ। ਨਿਤ ਕਰਮ ਉਹ ਹੈ ਜਿਹੜਾ ਅਸੀਂ ਨਿਤਾ ਪ੍ਰਤੀ ਹਰ ਰੋਜ਼ ਕਰਦੇ ਹਾਂ। ਅੰਮ੍ਰਿਤ ਵੇਲੇ ਉੱਠਦੇ ਹਾਂ, ਇਸ਼ਨਾਨ ਕਰਦੇ ਹਾਂ, ਬਾਣੀ ਦੇ ਨਾਲ ਜੁੜਦੇ ਹਾਂ। ਇਹ ਸਾਡਾ ਨਿਤ ਦਾ ਕਰਮ ਹੈ। ਇਹਦੇ ਨਾਲ ਅਸੀਂ ਲੰਗਰ ਪਾਣੀ ਪ੍ਰਸ਼ਾਦਾ ਛਕਦੇ ਵੀ ਹਾਂ, ਕਮਾਈ ਵੀ ਕਰਦੇ ਹਾਂ। ਇਹ ਸਾਡਾ ਨਿਤ ਦਾ ਕਰਮ ਹੈ। ਨਿਮਿਤ ਕਰਮ ਉਹ ਹੈ ਜਿਵੇਂ ਹੁਣ ਸਾਹਿਬਜ਼ਾਦਿਆਂ ਦੇ ਨਿਮਿਤ ਕਈ ਥਾਵਾਂ ਤੇ ਸੰਗਤਾਂ ਦੇ ਵੱਲੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਨੇ, ਕਈ ਥਾਵਾਂ ਤੇ ਸਹਿਜ ਪਾਠ ਪ੍ਰਕਾਸ਼ ਗਏ। ਇਹ ਨਿਮਿਤ ਹੋ ਗਿਆ। ਇਹ ਵੀ ਇੱਕ ਉੱਤਮ ਕਰਮ ਹੈ। ਇੱਕ ਕਰਮ ਹੈ ਜਿਹੜਾ ਉਹ ਪਛਤਾਪ ਕਰਮ ਹੁੰਦਾ ਹੈ। ਸਾਡੇ ਤੋਂ ਗੁਨਾਹ ਹੋ ਗਿਆ, ਉਹਦੇ ਤੇ ਅਸੀਂ ਪਛਤਾਵਾ ਕਰਨ ਦੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਦੇ। ਮੰਨ ਲਓ ਅਸੀਂ ਜਾ ਰਹੇ ਹਾਂ, ਅਚਨਚੇਤ ਸਾਡੇ ਤੋਂ ਕੋਈ ਗੁਨਾਹ ਹੋ ਗਿਆ, ਕਰਨਾ ਨਹੀਂ ਚਾਹੁੰਦੇ, ਸਾਡੇ ਕਰਮਾਂ ਦੇ ਵਿੱਚ ਲਿਖਿਆ ਵੀ ਉਹਨੇ ਹੋਣਾ ਹੈ। ਇੱਥੇ ਮੈਂ ਇੱਕ ਗੱਲ ਹੋਰ ਜ਼ਰੂਰ ਦੱਸਾਂਗਾ। ਮਨੁੱਖ ਹੈ ਜਿਹੜਾ, ਇਹਨੂੰ ਪਰਮਾਤਮਾ ਬਖਸ਼ ਦਿੰਦਾ ਪਰ ਕਰਮ ਨਹੀਂ ਜੇ ਬਖਸ਼ਦੇ। ਪਰਮਾਤਮਾ ਇਹਨੂੰ ਬਖਸ਼ ਦਿੰਦਾ, ਕਰਮ ਨਹੀਂ ਬਖਸ਼ਦੇ। ਹੁਣ ਕਰਮ ਕਿਉਂ ਨਹੀਂ ਬਖਸ਼ਦੇ? ਕਿਉਂਕਿ ਕਰਮ ਨੇ ਜਿਹੜੇ ਉਹ ਮਨੁੱਖ ਦੇ ਇਕੱਲੇ ਦੇ ਨਹੀਂ ਹੁੰਦੇ, ਉਹਦੇ ਨਾਲ ਹੋਰ ਵੀ ਕਈ ਜੁੜੇ ਹੁੰਦੇ ਨੇ। ਮਨੁੱਖ ਦੇ ਕਰਮ ਨੇ ਜਿਹੜੇ ਉਹ ਇਕੱਲੇ ਦੇ ਨਹੀਂ ਹੁੰਦੇ, ਉਹਦੇ ਕਰਮ ਦੇ ਨਾਲ ਹੋਰ ਵੀ ਕਈ ਅੱਗੇ ਕਰਮ ਨੇ ਜਿਹੜੇ ਉਹ ਜੁੜੇ ਹੁੰਦੇ ਨੇ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਹੁਣ ਕਸਾਈ ਹੈ, ਕਸਾਈ ਨੇ ਕਰਮ ਕੀਤਾ, ਉਹਨੇ ਇੱਕ ਬੱਕਰਾ ਝੜਕਾ ਦਿੱਤਾ ਹੈ। ਹੁਣ ਇਹ ਜਿਹੜਾ ਇਹਨੇ ਕਰਮ ਕੀਤਾ ਇਹਦਾ ਇਕੱਲੇ ਦਾ ਨਹੀਂ, ਇਹਦੇ ਨਾਲ ਜਿਹੜੇ ਖਾਣ ਵਾਲੇ ਨੇ ਉਹ ਵੀ ਜੁੜ ਗਏ ਨੇ। ਇਹ ਸਾਰ ਕਿਤਾਬ ਦੀ ਇੱਕ ਛੋਟਾ ਜਿਹਾ ਸ਼ਾਸਤਰ ਹੈ, ਉਹਦੇ ਅੰਦਰ ਇਹਦਾ ਬੜਾ ਵਿਖਿਆਨ ਕੀਤਾ ਹੈ। ਉਹਨੇ ਬੜਾ ਖੁਲਾਸੇ ਦੇ ਨਾਲ ਇਹਨੂੰ ਖੋਲ੍ਹਿਆ ਵੀ ਕਰਮ ਨੇ ਜਿਹੜੇ ਉਹ ਇੱਕ ਤੋਂ ਅੱਗੇ ਕਿੰਨਿਆਂ ਦੇ ਨਾਲ ਸੰਬੰਧ ਬਣਾ ਦਿੰਦੇ ਨੇ। ਤੇ ਹੁਣ ਫਿਰ ਭੋਗਣਾ ਵੀ ਉਵੇਂ ਹੈ ਨਾ ਜਿਵੇਂ ਸਾਰਿਆਂ ਨੇ ਇਕੱਠਿਆਂ ਨੇ ਕੀਤਾ ਹੈ। ਜਿਹਨੇ ਜ਼ਿਆਦਾ ਕੀਤਾ ਉਹ ਜ਼ਿਆਦਾ ਭੋਗੇਗਾ, ਜਿਹਨੇ ਥੋੜਾ ਕੀਤਾ ਥੋੜਾ ਭੋਗੇਗਾ। ਜੇ ਇੱਕ ਦਾ ਕਰਮ ਬਖਸ਼ਿਆ ਜਾਏਗਾ ਤੇ ਫਿਰ ਦੂਜੇ ਵੀ ਨਾਲ ਬਖਸ਼ੇ ਜਾਣਗੇ, ਸਾਰੇ ਦੇ ਸਾਰੇ ਫਿਰ ਬਖਸ਼ਿਆ ਜਾਏਗਾ। ਨਹੀਂ ਤਾਂ ਕਰਮਾਂ ਕਰਕੇ ਅਸੀਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ, ਇੱਕ ਦੂਜੇ ਦੇ ਨਾਲ ਬੰਨੇ ਹੋਏ ਹਾਂ। ਇਹ ਪਛਤਾਪ ਕਰਮ ਹੈ ਵੀ ਮੇਰੇ ਤੋਂ ਕੋਈ ਕਰਮ ਹੋ ਗਿਆ, ਸੱਚੇ ਸਤਿਗੁਰ ਮੇਰੇ ਕਰਮਾਂ 'ਚ ਸੀ ਤੇ ਮੇਰੇ ਤੋਂ ਹੋ ਗਿਆ ਤੇ ਤੂੰ ਕਿਰਪਾ ਕਰ। ਇਹ ਕਰਮ ਹੈ ਨਾ ਜਿਹੜਾ ਇਹ ਇੱਥੇ ਹੀ ਖੜ ਜੇ, ਅੱਗੇ ਨਾ ਜਾਵੇ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਹੋਏ ਨੇ ਨਾ, ਉਹਨਾਂ ਦੀ ਲੱਤ ਤੇ ਸੱਪ ਨੇ ਡੰਗ ਮਾਰਿਆ। ਜਦੋਂ ਸੱਪ ਆਇਆ ਨਾ ਤੇ ਉਹਨਾਂ ਨੇ ਲੱਤ ਅੱਗੇ ਕਰ ਦਿੱਤੀ, ਲੈ ਭਾਈ ਤੇਰਾ ਕਰਮ ਕਰ ਲਾ।
ਤੇ ਕੋਲ ਸਿੰਘ ਸੀ ਤੇ ਉਹਨਾਂ ਨੇ ਨਾ ਮਾਰਨ ਦਾ ਯਤਨ ਕੀਤਾ ਵੀ ਇਹ ਸੱਪ ਨੂੰ ਮਾਰ ਦਈਏ, ਤੇ ਮਹਾਂਪੁਰਸ਼ਾਂ ਨੇ ਰੋਕ ਦਿੱਤਾ। ਬਾਬਾ ਅਤਰ ਸਿੰਘ ਜੀ ਨੇ ਵੀ ਨਹੀਂ ਮਾਰਨਾ, ਇਹਨੂੰ ਮਾਰਨ ਨਹੀਂ ਦਿੱਤਾ। ਤੇ ਫਿਰ ਸੰਗਤਾਂ ਨੇ ਪੁੱਛਿਆ ਵੀ ਇਹਨਾਂ ਨੇ ਡੰਗ ਮਾਰਿਆ ਤੇ ਤੁਸੀਂ ਮਾਰਨ ਨਹੀਂ ਦਿੱਤਾ, ਕਾਰਨ? ਕਹਿੰਦੇ ਇਹਦਾ ਕਰਮ ਸੀ, ਇਹਨੇ ਕਰ ਲਿਆ, ਤੇ ਜੇ ਆਪਾਂ ਇਹਨੂੰ ਮਾਰ ਦਿੱਤਾ ਤੇ ਫਿਰ ਆਪਾਂ ਬਦਲਾ ਕਰ ਲਿਆ ਕਰਮ ਦਾ। ਕਰਮ ਦੇ ਨਾਲ ਆਪਾਂ ਵੀ ਜੁੜ ਗਏ ਆ, ਅੱਗੇ ਫਿਰ ਆਪਾਂ ਕੁਝ ਬਣਾਂਗੇ, ਇਹ ਆਪਾਂ ਨੂੰ ਮਾਰੇਗਾ। ਇਸ ਤਰ੍ਹਾਂ ਕਰਮ ਹੈ ਜਿਹੜਾ, ਇਹਨੂੰ ਰੋਕਣਾ ਪੈਂਦਾ ਹੈ। ਬੁੱਧ ਧਰਮ ਹੈ ਜਿਹੜਾ, ਉਹਦੇ ਵਿੱਚ ਕਰਮ ਨੂੰ ਹੀ ਪਰਮਾਤਮਾ ਮੰਨਦੇ ਨੇ ਵੀ ਮਨੁੱਖ ਜਿਹੜਾ ਕਰਮ ਕਰਦਾ ਹੈ ਨਾ, ਤਾਂ ਹੀ ਉਹ ਮੂੰਹ ਤੇ ਪੱਟੀਆਂ ਰੱਖਦੇ ਨੇ, ਇਸ ਵਾਸਤੇ ਵੀ ਹਵਾ ਦੇ ਵਿੱਚ ਜਿਹੜੇ ਜੀਵ ਜੰਤੂ ਨੇ ਉਹ ਸਾਡੇ ਅੰਦਰ ਨਾ ਜਾਣ, ਤੇ ਪੈਰਾਂ ਦੇ ਵਿੱਚ ਜੁੱਤੀਆਂ ਨਹੀਂ ਪਾਉਂਦੇ। ਜਿਹੜਾ ਇਹਨਾਂ ਦਾ ਮੁਖੀ ਹੁੰਦਾ ਅੱਗੇ ਤੁਰਦਾ ਹੈ, ਇੱਕ ਧਾਗਿਆਂ ਦੀ ਬੋਕਰ ਜੀ ਬਣਾਈ ਹੁੰਦੀ ਤੇ ਅੱਗੇ ਬੋਕਰ ਮਾਰਦਾ ਜਾਂਦਾ, ਧਾਗਿਆਂ ਦੀ ਬੜੀ ਕੋਮਲ ਹੁੰਦੀ, ਇਸ ਵਾਸਤੇ ਵੀ ਕੋਈ ਕੀੜਾ ਸਾਡੇ ਪੈਰ ਥੱਲੇ ਆਣ ਕੇ ਨਾ ਮਰ ਜਾਵੇ। ਭਈ ਸਾਨੂੰ ਕਰਮ ਹੈ ਜਿਹੜਾ ਸਾਡੇ ਤੋਂ ਇਸ ਤਰ੍ਹਾਂ ਦਾ ਨਾ ਹੋਵੇ ਜਿੰਦੇ ਬਦਲੇ ਸਾਨੂੰ ਫਿਰ ਆਉਣਾ ਪਵੇ। ਰਹੋ ਵਿਚਾਰ, ਇਹਨੂੰ ਕਹਿੰਦੇ ਨੇ ਪਛਚਾਤਾਪ ਕਰਮ, ਪਛਤਾਉਣਾ। ਪੂਰਨ ਕਰਮ, ਜਿਹੜਾ ਵੀ ਕੋਈ ਅਸੀਂ ਕਰਮ ਕਰਦੇ ਆ ਨਾ, ਉਹ ਪੂਰਾ ਤਾਂ ਹੁੰਦਾ ਹੋਏ ਮੇਰਾ ਹੈ ਸੱਚੇ ਸਤਿਗੁਰ ਮੇਰਾ ਕਰਮ ਪੂਰਾ ਹੋ ਜਾਵੇ। ਪੂਰੇ ਤੋਂ ਭਾਵ ਵੀ ਕੋਈ ਵੀ ਕਰਮ ਹੈ ਜਿਹੜਾ, ਉਹਦਾ ਫਲ ਭੋਗਣ ਦੇ ਲਈ ਮੈਨੂੰ ਦੁਬਾਰਾ ਦੁਨੀਆ ਤੇ ਨਾ ਆਉਣਾ ਪਵੇ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਆਪ ਜੀ ਦੇ ਦਰਸ਼ਨਾਂ ਦੇ ਨਾਲ ਮੇਰਾ ਜੀਵਨ ਬਣ ਜਾਵੇ, ਮੈਂ ਜਿਉਵਾਂ ਤੇ ਤੂੰ ਕਿਰਪਾ ਕਰ ਮੇਰੇ ਤੇ, ਪੂਰਨ ਕਰਮ ਹੋਏ ਮੇਰਾ। हे ਪ੍ਰਭੂ ਪਰਮਾਤਮਾ, ਮੇਰੇ ਜਿਹੜੇ ਕਰਮ ਨੇ ਨਾ ਇੱਥੇ ਪੂਰੇ ਹੋ ਜਾਣ। ਨਵੀਂ ਖਾਂ ਤੇ ਗਣੀ ਖਾਂ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਸਨ, ਤੇ ਇਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਆਖਿਆ, ਸੱਚੇ ਸਤਿਗੁਰ ਜੀ, ਸਾਡਾ ਜਿਹੜਾ ਜੰਮਣਾ ਮਰਨਾ ਨਾ ਇਹ ਕੱਟਿਆ ਜਾਵੇ, ਸਾਡੀ ਮੁਕਤੀ ਹੋ ਜਾਵੇ। ਜਦੋਂ ਗੁਰੂ ਜੀ ਨੇ ਇਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਵਰ ਦਿੱਤਾ ਨਾ ਵੀ ਮੰਗੋ ਤੁਸੀਂ ਕੀ ਮੰਗਦੇ ਹੋ, ਤੇ ਇਹਨਾਂ ਨੇ ਇਹ ਮੰਗ ਲਿਆ ਵੀ ਮੇਰਾ ਜਿਹੜਾ ਜੀਵਨ ਹੈ ਨਾ ਇਹ ਬਖਸ਼ਿਆ ਜਾਵੇ। ਤੇ ਗੁਰੂ ਜੀ ਕਹਿੰਦੇ ਫਿਰ ਅੱਜ ਤਾਂ ਨਹੀਂ ਭਾਈ, ਕੱਲ ਨੂੰ ਆਈ। ਜਦੋਂ ਅਗਲੇ ਦਿਨ ਆਇਆ ਤੇ ਆਣ ਕੇ ਸ਼ਿਕਾਇਤ ਕੀਤੀ, ਸੱਚੇ ਸਤਿਗੁਰ ਅੱਜ ਤਾਂ ਸਾਰੀ ਰਾਤ ਹੀ ਸੁਪਨੇ ਆਈ ਗਏ ਨੇ, ਤੇ ਸੁਪਨਿਆਂ ਦੇ ਵਿੱਚ ਮੈਂ ਕਿਤੇ ਡੱਡੂ ਬਣ ਗਿਆ, ਕਿਤੇ ਸੱਪ ਬਣ ਗਿਆ, ਕਿਤੇ ਕੁੱਤਾ ਬਣ ਗਿਆ, ਕਿਤੇ ਬਿੱਲਾ ਬਣ ਗਿਆ, ਇਹ ਕੌਤਕ ਕੀ ਹੋਇਆ? ਤੇ ਗੁਰੂ ਮਹਾਰਾਜ ਜੀ ਨੇ ਕਿਹਾ ਤੇਰੇ ਕਰਮ ਪੂਰੇ ਕਰ ਦਿੱਤੇ ਨੇ। ਇਹ ਸਾਰੇ ਕਰਮ ਸਨ ਜਿਹੜੇ ਤੈਨੂੰ ਭੋਗਣੇ ਪੈਣੇ ਸਨ ਜੂਨਾਂ ਦੇ ਵਿੱਚ ਆਣ ਕੇ, ਇਹ ਤੇਰੇ ਕਰਮ ਨੇ ਜਿਹੜੇ ਇਹ ਪੂਰੇ ਹੋਏ ਨੇ। ਤੇ ਹੁਣ ਦਾਸ ਵੀ ਭਾਈ ਸਾਰਿਆਂ ਨੂੰ ਬੇਨਤੀ ਕਰਦਾ, ਜਿਨ੍ਹਾਂ ਨੇ ਸੰਥਿਆ ਕਰਾ ਲਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਣੀ ਪੜ੍ਹਿਆ ਕਰੋ, ਜਿਨ੍ਹਾਂ ਨੇ ਸੰਥਿਆ ਨਹੀਂ ਕਰਾਈ ਉਹ ਵੀ ਗੁਰੂ ਦੇ ਦਰਸ਼ਨ ਕਰੋ। ਵੇਖੋ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਹੈ ਸੱਚੇ ਸਤਿਗੁਰ ਜੀ ਆਪ ਜੀ ਦੇ ਦਰਸ਼ਨਾਂ ਦੇ ਨਾਲ ਮੇਰਾ ਜੀਵਨ ਬਣਦਾ ਏ, ਪੂਰਨ ਕਰਮ ਹੋਏ ਪ੍ਰਭ ਮੇਰਾ, ਤੇ ਇਸ ਤਰ੍ਹਾਂ ਤੂੰ ਕਿਰਪਾ ਕਰਨਾ, ਸਾਡੇ ਕਰਮ ਨੇ ਜਿਹੜੇ ਉਹ ਕੱਟ ਦੇਣਾ, ਭਾਵ ਪੂਰੇ ਕਰ ਦਿੰਦਾ ਹੈ ਜੀ। ਇਹ ਬੇਨਤੀ ਸੁਣ ਪ੍ਰਭ ਮੇਰੇ, ਇਹ ਸਾਡੀ ਬੇਨਤੀ ਆਪ ਜੀ ਦੇ ਅੱਗੇ, ਤੇ ਤੁਸੀਂ ਕਿਰਪਾ ਕਰਕੇ ਇਸ ਬੇਨਤੀ ਨੂੰ ਸੁਣਨਾ ਕਰੋ ਜੀ। ਇਹ ਨਾਮ ਕਰ ਆਪਣੇ ਚੇਲੇ, ਤੇ ਆਪ ਜੀ ਦੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਗੁਰਸਿੱਖ ਬਣਾਣੇ ਕਰੋ। ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਵਿਸ਼ਰਾਮ ਲਾ ਕੇ ਗੁਰੂ ਜੀ ਰਹਿਮਤ ਕਰਦੇ ਨੇ, ਹੇ ਮੇਰੇ ਸੱਚੇ ਸਤਿਗੁਰੂ ਜੀ ਤੂੰ ਦਾਤਾ ਦੇਣ ਵਾਲਾ, ਤੇ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰੋ। ਗੁਰ ਪ੍ਰਸਾਦ ਕਿਨੈ ਬਿਰਲੇ ਜਾਤੇ, ਜਿੰਦੇ ਤੇ ਗੁਰੂ ਦੀ ਕਿਰਪਾ ਹੁੰਦੀ ਏ ਉਹਨੂੰ ਭਾਈ ਇਹ ਸਾਰੀਆਂ ਗੱਲਾਂ ਦੀ ਸਮਝ ਆਉਂਦੀ ਹੈ ਜੀ। ਬਿਨੋ ਪ੍ਰਭ ਮੇਰੇ ਮੀਤਾ, ਇਹ ਮੇਰੇ ਸੱਚੇ ਸਤਿਗੁਰੂ ਸਾਡੀ ਬੇਨਤੀ ਨੂੰ ਸੁਣਿਆ ਕਰੋ। ਚਰਨ ਕਮਲ ਵਸੈ ਮੇਰੇ ਸਥਿਤਾ, ਤੇ ਆਪ ਜੀ ਦੇ ਚਰਨ ਕਮਲ ਨੇ ਉਹ ਸਾਡੇ ਚਿੱਤ ਦੇ ਵਿੱਚ ਵਸਦੇ ਰਹਿਣ। ਨਾਨਕ ਏਕ ਕਰੈ ਅਰਦਾਸ, ਅਸੀਂ ਆਪ ਜੀ ਦੇ ਅੱਗੇ ਇੱਕੋ ਹੀ ਅਰਦਾਸ ਹਰ ਰੋਜ਼ ਕਰਦੇ ਹਾਂ ਜੀ। ਸਰਨਾਹੀ ਪੂਰਨ ਗੁਣਦਾਸ, ਤੇ ਉਹ ਅਰਦਾਸ ਇਹ ਕਰਦੇ ਹਾਂ, ਹੇ ਸੱਚੇ ਸਤਿਗੁਰ ਤੂੰ ਸਾਡੇ ਮਨ ਦੇ ਵਿੱਚੋਂ ਨਾ ਵਿਸਰਨਾ ਨਾ ਕਰ, ਸਾਡੇ ਮਨ ਦੇ ਵਿੱਚ ਤੇਰਾ ਨਾਮ ਹੈ ਇਹ ਚੱਲਦਾ ਰਵੇ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ, ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ।